सो इनू इदा इंटरप्रेट नहीं किया जा सकता कि साडे मानयोग प्रधानमंत्री होरां ने दबका मारिया तो लोगों ने पैसे वापस कर दिते। इहदे तो पहलां भी एक वड्डी गिणती दे विच लोग पैसे जिहड़े आ वापस कर दिते सी, जिन्हां नूं आ चुके सी पैसे जां उन्हां नूं काम तो सद्दा आ गया सी, किसी तरह गलती नाल ज़्यादा आ गया सी, वो सी। हुण इस मामले के उत्ते अज बिल पेश किया जाना सी पार्लीमेंट दे विच, जिहदे उत्ते कि लिबरल पार्टी नूं किसी एक पार्टी के समर्थन की लोड़ सी, पर वो समर्थन किसी ने भी दिता नहीं। NDP के आगू सरदार जगमीत सिंह होनी समर्थन नहीं दिता। वो कहंदे गल गलत आ, नहीं लेने चाहिए, ये लोगों नूं डराया जा रहा, लोग डर रहे हैं इस गल तो भी सज़ा हो जूगी जां सानूं जेल हो जूगी। ਸਾਡੇ ਟੈਕਸ ਲਾਅ ਦੇ ਮੁਤਾਬਕ ਹੋਰਾਂ ਅਫੈਂਸਾਂ ਦੇ ਵਿੱਚ ਵੀ ਇਸੇ ਤਰ੍ਹਾਂ ਸਜ਼ਾ ਹੁੰਦੀ ਹੈ, ਇਹਦੇ ਵਿੱਚ ਵੀ ਇਸੇ ਤਰ੍ਹਾਂ ਹੋਣੀ ਸੀਗੀ। ਸੋ ਇਹ ਉਹਨਾਂ ਵਾਸਤੇ ਆ ਜਿਹੜੇ ਬਹੁਤ ਜਾਣ ਬੁੱਝ ਕੇ ਦੁਬਾਰਾ ਬਾਰ-ਬਾਰ ਗਲਤੀਆਂ ਕਰ ਰਹੇ। ਔਰ ਚੈਨਲ ਪੰਜਾਬੀ ਤੇ ਗਲੋਬਲ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਅੱਜ ਅਸੀਂ ਹਾਜ਼ਰ ਹਾਂ ਕੁਝ ਖਾਸ ਗੱਲਾਂ ਬਾਤਾਂ ਤੁਹਾਡੇ ਨਾਲ ਕਰਨ ਦੇ ਲਈ, ਕੁਝ ਖਬਰਾਂ ਤੇ ਪ੍ਰੋਗਰਾਮ ਦੇ ਪਹਿਲੇ ਹਿੱਸੇ ਵਿੱਚ ਅਸੀਂ ਗੱਲਬਾਤ ਕਰਾਂਗੇ ਸਰਦਾਰ ਰਣਦੀਪ ਸਿੰਘ ਸਰਾਏ ਹੁਣਾਂ ਨਾਲ, ਮੈਂਬਰ ਪਾਰਲੀਮੈਂਟ ਸਰੀ ਸੈਂਟਰ ਤੋਂ। ਉਹਨਾਂ ਦੇ ਨਾਲ ਇੱਕ ਮੁੱਦਾ ਜਿਹੜਾ ਉਹਦੇ ਉੱਤੇ ਅੱਜ ਗੱਲਬਾਤ ਕਰਨੀ ਹੈ। ਉਹਦੇ ਤੋਂ ਬਾਅਦ ਡਾਕਟਰ ਪ੍ਰਗਟ ਸਿੰਘ ਭੁਰਜੀ ਸਾਡੇ ਨਾਲ ਹੋਣਗੇ, ਸਿਹਤ ਸੰਬੰਧੀ ਕੁਝ ਖਾਸ ਗੱਲਾਂ ਬਾਤਾਂ ਰੋਜ਼ਾਨਾ ਦੀ ਤਰ੍ਹਾਂ ਉਹਨਾਂ ਦੇ ਨਾਲ ਕਰਾਂਗੇ। ਸਭ ਤੋਂ ਪਹਿਲਾ ਮੁੱਦਾ ਅੱਜ ਜਿਹੜਾ ਸਾਡਾ ਧਿਆਨ ਖਿੱਚ ਰਿਹਾ, ਤੁਹਾਨੂੰ ਪਤਾ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੁਣੀ ਅਨਾਊਂਸਮੈਂਟ ਕੀਤੀ ਸੀ ਕਿ ਜਿਨ੍ਹਾਂ ਲੋਕਾਂ ਨੇ ਜਿਹੜੀ ਐਮਰਜੈਂਸੀ ਫੰਡਿੰਗ ਆ ਕੋਵਿਡ ਦੇ ਸੰਬੰਧ ਦੇ ਵਿੱਚ $2,000 ਮਹੀਨੇ ਦਾ ਜਿਹੜਾ ਮਿਲਦਾ ਸੀ, ਜਿਨ੍ਹਾਂ ਨੇ ਉਹ ਗਲਤ ਤਰੀਕੇ ਦੇ ਨਾਲ ਲਿਆ, ਉਹਨਾਂ ਦੇ ਉੱਤੇ ਸਖਤੀ ਕੀਤੀ ਜਾਊਗੀ। ਸਖਤੀ ਦੋ ਤਰ੍ਹਾਂ ਦੀ ਜਿਹੜੀ ਗੱਲਬਾਤ ਹੋਈ ਸੀ, ਇੱਕ ਜੁਰਮਾਨਾ ਕਿ ਇੰਨੇ ਗੁਣਾ ਜ਼ਿਆਦਾ ਉਹਨਾਂ ਤੋਂ ਜੁਰਮਾਨਾ ਲਿਆ ਜਾਊਗਾ, ਤੇ ਦੂਜੀ ਗੱਲ ਜਿਹੜੀ ਸੀਗੀ ਇਸ ਮਾਮਲੇ ਦੇ ਵਿੱਚ ਕਿ ਜਿਹੜਾ ਉਹਨਾਂ ਨੂੰ ਸਜ਼ਾ ਹੋ ਸਕਦੀ ਹੈ, ਜੇਲ੍ਹ ਹੋ ਸਕਦੀ ਹੈ। ਇਸ ਮਾਮਲੇ ਦੇ ਉੱਤੇ ਕਾਫੀ ਗੱਲਾਂ ਬਾਤਾਂ ਹੋਈਆਂ, 2 ਦਿਨਾਂ ਦੀ ਬਹਿਸ ਕਾਫੀ ਛਿੜ ਚੁੱਕੀ ਆ। ਹਾਲਾਂਕਿ ਬਹੁਤ ਸਾਰੇ ਲੋਕਾਂ ਨੇ 1,90,000 ਦੇ ਕਰੀਬ ਲੋਕਾਂ ਨੇ ਜਿਹੜੇ ਗਲਤ ਤਰੀਕੇ ਨਾਲ ਪੈਸੇ ਉਹਨਾਂ ਕੋਲ ਆ ਗਏ ਸੀ, ਉਹਨਾਂ ਨੇ ਵਾਪਸ ਕਰ ਦਿੱਤੇ ਆ। ਇਹ ਗੱਲ ਇੱਥੇ ਕਲੀਅਰ ਕਰਨੀ ਬਣਦੀ ਆ ਕਿ ਇਹ ਜਦੋਂ ਇਹ ਗੱਲ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨੇ ਕੀਤੀ ਸੀ, ਉਦੋਂ ਬਾਅਦ 'ਚ ਨਹੀਂ ਆਈ, ਤੋਂ ਪਹਿਲਾਂ ਵੀ ਲੋਕ ਦੇ ਚੁੱਕੇ ਸੀ ਬਹੁਤ ਸਾਰੇ। ਸੋ ਇਹਨੂੰ ਇੱਦਾਂ ਇੰਟਰਪ੍ਰੇਟ ਨਹੀਂ ਕੀਤਾ ਜਾ ਸਕਦਾ ਕਿ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਹੋਰਾਂ ਨੇ ਦਬਕਾ ਮਾਰਿਆ ਤੇ ਲੋਕਾਂ ਨੇ ਪੈਸੇ ਵਾਪਸ ਕਰ ਦਿੱਤੇ। ਇਹਦੇ ਤੋਂ ਪਹਿਲਾਂ ਵੀ ਇੱਕ ਵੱਡੀ ਗਿਣਤੀ ਦੇ ਵਿੱਚ ਲੋਕ ਪੈਸੇ ਜਿਹੜੇ ਆ ਉਹ ਵਾਪਸ ਕਰ ਦਿੱਤੇ ਸੀ, ਜਿਨ੍ਹਾਂ ਨੂੰ ਆ ਚੁੱਕੇ ਸੀ ਪੈਸੇ ਜਾਂ ਉਹਨਾਂ ਨੂੰ ਕੰਮ ਤੋਂ ਸੱਦਾ ਆ ਗਿਆ ਸੀ, ਕਿਸੇ ਤਰ੍ਹਾਂ ਗਲਤੀ ਨਾਲ ਜ਼ਿਆਦਾ ਆ ਗਿਆ ਸੀ, ਉਹ ਸੀ। ਹੁਣ ਇਸ ਮਾਮਲੇ ਦੇ ਉੱਤੇ ਅੱਜ ਬਿੱਲ ਪੇਸ਼ ਕੀਤਾ ਜਾਣਾ ਸੀ ਪਾਰਲੀਮੈਂਟ ਦੇ ਵਿੱਚ, ਜਿਹਦੇ ਉੱਤੇ ਕਿ ਲਿਬਰਲ ਪਾਰਟੀ ਨੂੰ ਕਿਸੇ ਇੱਕ ਪਾਰਟੀ ਦੇ ਸਮਰਥਨ ਦੀ ਲੋੜ ਸੀ, ਪਰ ਉਹ ਸਮਰਥਨ ਕਿਸੇ ਨੇ ਵੀ ਦਿੱਤਾ ਨਹੀਂ। NDP ਦੇ ਆਗੂ ਸਰਦਾਰ ਜਗਮੀਤ ਸਿੰਘ ਹੋਣੀ ਸਮਰਥਨ ਨਹੀਂ ਦਿੱਤਾ। ਉਹ ਕਹਿੰਦੇ ਗੱਲ ਗਲਤ ਆ, ਨਹੀਂ ਲੈਣੇ ਚਾਹੀਦੇ, ਇਹ ਲੋਕਾਂ ਨੂੰ ਡਰਾਇਆ ਜਾ ਰਿਹਾ, ਲੋਕ ਡਰ ਰਹੇ ਆ ਇਸ ਗੱਲ ਤੋਂ ਵੀ ਸਜ਼ਾ ਹੋ ਜੂਗੀ ਜਾਂ ਸਾਨੂੰ ਜੇਲ੍ਹ ਹੋ ਜੂਗੀ, ਕਿ ਇਹੋ ਜਿਹੇ ਮੌਕੇ ਦੇ ਉੱਤੇ ਲੋਕਾਂ ਦੇ ਮਨਾਂ ਦੇ ਵਿੱਚ ਡਰ ਪੈਦਾ ਕਰਨਾ ਠੀਕ ਨਹੀਂ ਹੈ। ਇਸੇ ਤਰ੍ਹਾਂ ਬਲੌਕ ਬੈਕ ਜਾਂ ਜਿਹੜੇ ਦੂਜੀ ਕੰਜ਼ਰਵੇਟਿਵ ਆ, ਉਹਨਾਂ ਵੱਲੋਂ ਵੀ ਸਮਰਥਨ ਨਹੀਂ ਮਿਲਿਆ, ਗ੍ਰੀਨ ਪਾਰਟੀ ਵੱਲੋਂ ਵੀ ਸਮਰਥਨ ਨਹੀਂ ਮਿਲਿਆ, ਬਿੱਲ ਪਾਸ ਨਹੀਂ ਹੋ ਸਕਿਆ। ਇਹ ਕੀ ਸੀ, ਇਹਦੇ ਬਾਰੇ ਡਿਟੇਲ ਆਪਾਂ ਸਰਾਏ ਸਾਹਿਬ ਨਾਲ ਗੱਲਬਾਤ ਕਰਨੀ ਹੈ। ਇਸ ਗੱਲ ਨੇ ਬਹੁਤ ਸਾਰੀ ਚਰਚਾ ਛੇੜ ਦਿੱਤੀ ਆ ਕਿ ਕੀ ਜਿਨ੍ਹਾਂ ਲੋਕਾਂ ਨੇ ਗਲਤ ਤਰੀਕੇ ਨਾਲ ਪੈਸੇ ਲੈ ਲਏ ਜਾਂ ਉਹਨਾਂ ਕੋਲ ਆ ਕੇ ਵਾਪਸ ਲੈਣੇ ਚਾਹੀਦੇ ਆ ਕਿ ਨਹੀਂ। ਦੂਜੀ ਗੱਲ, ਜੇ ਦੂਜੀਆਂ ਪਾਰਟੀਆਂ ਕਹਿੰਦੀਆਂ ਇਹ ਪੈਸੇ ਨਹੀਂ ਲੈਣੇ ਚਾਹੀਦੇ, ਤਾਂ ਫਿਰ ਇਹਦਾ ਮਤਲਬ ਕੋਈ ਵੀ ਗਲਤ ਕੰਮ ਕਰ ਸਕਦਾ, ਉਹਨੂੰ ਛੱਡ ਦੇਣਾ ਚਾਹੀਦਾ। ਸਵਾਲ ਇਹ ਪੈਦਾ ਹੋ ਰਿਹਾ ਇਸ ਵੇਲੇ ਲਿਬਰਲ ਪਾਰਟੀ ਦੇ ਉੱਤੇ ਵੀ ਜੇ ਉਹਨਾਂ ਕੋਲੋਂ ਪੈਸੇ ਲੈਣੇ ਆ, ਉਹਦੇ ਲਈ ਨਵਾਂ ਕਾਨੂੰਨ ਬਣਾਉਣ ਦੀ ਕੀ ਲੋੜ ਆ। ਕਿ ਪਹਿਲਾਂ ਜਿਹੜੇ CRA ਲਈ ਜਾਂ ਦੂਜੇ ਤਰੀਕੇ ਦੇ ਫਰਾਡ ਕਰਦੇ ਆ, ਉਹਨਾਂ ਕੋਲੇ ਪਹਿਲੇ ਨਿਯਮ ਹੈ ਨਹੀਂ ਜਿਹਦੇ ਤਹਿਤ ਉਹਨਾਂ ਤੋਂ ਪੈਸੇ ਵਾਪਸ ਲਏ ਜਾ ਸਕਦੇ ਆ। ਇਹਦੇ ਪਿੱਛੇ ਕੀ ਲੌਜਿਕ ਆ। ਕੁਝ ਪਾਰਟੀਆਂ ਨੇ ਕਿਹਾ ਕਿ ਜਿਹੜੀ ਇਹ ਪੈਂਡੈਮਿਕ ਆ, ਇੱਕ ਬਲੈਂਕ ਚੈੱਕ ਨਹੀਂ ਹੋ ਸਕਦਾ ਜਸਟਿਨ ਟਰੂਡੋ ਦੇ ਲਈ ਕਿ ਜੋ ਮਰਜ਼ੀ ਕਰੀ ਜਾਣ। ਇੱਕ ਸਿਆਸਤ ਦੇ ਵਿੱਚ ਥੋੜ੍ਹੀ ਜਿਹੀ ਹਲਚਲ ਇਸ ਮੁੱਦੇ ਦੇ ਉੱਤੇ ਹੋਈ ਆ। ਇੱਕ ਹੋਰ ਖਬਰ ਦੋਸਤੋ ਥੋੜ੍ਹੇ ਦਿਨ ਪਹਿਲਾਂ ਤੁਹਾਡੇ ਨਾਲ ਸਾਂਝੀ ਕੀਤੀ ਸੀ, ਇਸ ਜਿਹੜੀ ਪਹਿਲੀ ਸਾਡੀ ਇਹ ਐਮਰਜੈਂਸੀ ਫੰਡਿੰਗ ਵਾਲੀ ਹੈ, ਇਹਦੇ ਬਾਰੇ ਅਸੀਂ ਸਰਾਏ ਸਾਹਿਬ ਨਾਲ ਹੁਣੀ ਗੱਲਬਾਤ ਕਰਦੇ ਹਾਂ। ਇੱਕ ਹੋਰ ਖਬਰ ਜਿਹੜੀ ਸਾਡਾ ਧਿਆਨ ਮੰਗਦੀ ਹੈ, CHMC ਬਾਰੇ ਅਸੀਂ ਕੁਝ ਦਿਨ ਪਹਿਲਾਂ ਖਬਰ ਕੀਤੀ ਸੀ ਕਿ ਜਿਹੜੀ ਕੈਨੇਡਾ ਦੀ ਇਹ ਹਾਊਸਿੰਗ ਤੇ ਮੌਰਗੇਜ ਕਾਰਪੋਰੇਸ਼ਨ ਆ, ਇਹ ਇੱਕ ਇੰਸ਼ੋਰੈਂਸ ਜਿਹੜਾ ਹੁੰਦਾ 20% ਡਾਊਨ ਪੇਮੈਂਟ ਦੇਣ ਤੋਂ ਘੱਟ ਵਾਲਿਆਂ ਦੇ ਲਈ ਉਹਨਾਂ ਨੇ ਸਖਤ ਕਰ ਦਿੱਤੀ ਆ। ਲੈਂਡਿੰਗ ਦੇ ਨਿਯਮ ਸਖਤ ਕਰ ਦਿੱਤੇ ਆ। ਹੁਣ ਕਰਜ਼ਾ ਇੰਨਾ ਸੌਖਾ ਨਹੀਂ ਮਿਲਣਾ, ਮੌਰਗੇਜ ਇੰਨੀ ਸੌਖੀ ਨਹੀਂ ਮਿਲਣੀ ਜਿਹੜੇ 20% ਤੋਂ ਘੱਟ ਡਾਊਨ ਪੇਮੈਂਟ ਦੇ ਰਹੇ ਆ। ਉਹਦਾ ਅਸਰ ਕੀ ਹੋ ਰਿਹਾ, ਪਿਛਲੇ ਕੁਝ ਸਮੇਂ ਦੇ ਵਿੱਚ ਕੁਝ ਥਾਵਾਂ ਦੇ ਉੱਤੇ ਹਾਊਸਿੰਗ ਮਾਰਕੀਟ ਦੇ ਵਿੱਚ ਤੇਜ਼ੀ ਆਈ ਆ, ਘਰ ਵਿਕਣੇ ਤੇਜ਼ ਹੋ ਗਏ ਆ। ਉਹਦਾ ਇੱਕ ਕਾਰਨ ਇਹ ਰੂਲ ਮੰਨਿਆ ਜਾ ਰਿਹਾ, 1 ਜੁਲਾਈ ਤੋਂ ਇਹ ਰੂਲ ਲਾਗੂ ਹੋਣਾ। ਇਹ ਵੀ ਮੰਨਿਆ ਜਾ ਰਿਹਾ ਕਿ ਇਹ ਲੋਕ ਪੂਰੇ ਕੈਨੇਡਾ ਦੇ ਵਿੱਚ, ਅਸੀਂ ਸਿਰਫ ਲੋਅਰ ਮੇਨਲੈਂਡ ਦੀ ਗੱਲ ਨਹੀਂ ਕਰ ਰਹੇ, ਕਿ ਲੋਕ 1 ਜੁਲਾਈ ਤੋਂ ਪਹਿਲਾਂ ਇਹਦੇ ਵਿੱਚ ਜਾਣ ਦੀ ਕੋਸ਼ਿਸ਼ ਕਰਨਗੇ।
ਮੰਨ ਲਓ ਜਿਹੜਾ ਬੰਦਾ ਪਹਿਲਾਂ 8 ਲੱਖ ਦੇ ਲਈ ਕੁਆਲੀਫਾਈ ਕਰਦਾ ਸੀ, ਜਦੋਂ ਇਹ ਨਿਯਮ ਆ ਗਿਆ ਤਾਂ ਹੋ ਸਕਦਾ ਉਹ 6,80,000 ਦੇ ਲਈ ਕਰੇ, ਲੱਖ ਤੋਂ ਜ਼ਿਆਦਾ ਡਾਲਰ ਲਈ ਉਹ ਕੁਆਲੀਫਾਈ ਘੱਟ ਕਰੇ। ਉਹ ਲੋਕ ਜਿਹੜੇ ਨੇ ਉਹ ਘਰ ਇੱਕਦਮ ਲੱਭਣਗੇ ਹੁਣ, ਤੇ ਜਦੋਂ ਉਹ ਘਰ ਲੱਭਣਗੇ ਇਸ ਮਹੀਨੇ ਦੇ ਵਿੱਚ 1 ਜੁਲਾਈ ਤੱਕ ਜਿਹੜੀ ਸੇਲ ਆ ਉਹਦੇ ਵਿੱਚ ਤੇਜ਼ੀ ਆਉਣ ਦੇ ਚਾਂਸਸ ਆ। ਤੇ ਇਹ ਜਿਹੜੀ ਮੌਰਗੇਜ ਹੈ ਇਹਨੂੰ ਉਹ ਸਖਤ ਇਸ ਕਰਕੇ ਕਰ ਰਹੇ ਆ ਕਿਉਂਕਿ ਪੈਂਡੈਮਿਕ ਦੇ ਵਿੱਚ ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਚਲੇ ਗਈਆਂ, ਬਹੁਤ ਸਾਰੇ ਨੁਕਸਾਨ ਹੋਇਆ, ਅਨਐਮਪਲੋਇਮੈਂਟ ਆਪਣੇ ਸਿਖਰ ਤੇ ਚਲੇ ਗਈ ਆ। ਕੁਦਰਤੀ ਗੱਲ ਸੀ, ਉਹ ਡਰ ਰਹੇ ਆ ਕਿਤੇ ਬੈਂਕਾਂ ਦਾ ਪੈਸਾ ਡੁੱਬ ਨਾ ਜਾਵੇ। ਵਿਰੋਧ ਪ੍ਰਦਰਸ਼ਨ ਦੀ ਅਸੀਂ ਜਦੋਂ ਗੱਲ ਕਰਦੇ ਹਾਂ, ਸਾਰੇ ਵਿਰੋਧ ਪ੍ਰਦਰਸ਼ਨ ਹੋ ਰਹੇ ਆ, ਤੁਸੀਂ ਜਾਣਦੇ ਹੋ। ਇਹ ਸਾਰੇ ਵਿਰੋਧ ਪ੍ਰਦਰਸ਼ਨਾਂ ਦੇ ਵਿੱਚ ਇੱਕ ਗੱਲ ਬਹੁਤ ਕਾਮਨ ਸਾਹਮਣੇ ਉੱਭਰ ਕੇ ਆਈ ਹੈ ਕਿ ਬਹੁਤ ਸਾਰੇ ਬੁੱਤ ਜਿਹੜੇ ਸੀਗੇ ਉਹਨਾਂ ਨੂੰ ਢਾਉਣ ਦੀ ਗੱਲ, ਚਾਹੇ ਇੰਗਲੈਂਡ ਦਾ ਜਿਹੜਾ ਉਹ ਸਲੇਵ ਟ੍ਰੇਡਰ ਸੀ ਉਹਦੇ ਬੁੱਤ ਨੂੰ ਲਾ ਕੇ ਲੋਕਾਂ ਨੇ ਖਿੱਚ ਕੇ ਲੈ ਗਏ, ਚਾਹੇ ਕੋਲੰਬਸ ਦਾ ਬੁੱਤ ਆ ਜਿਹਨੇ ਅਮਰੀਕਾ ਲੱਭਿਆ ਸੀ ਉਹਨੂੰ ਰੇਸਿਸਟ, ਉਹਨੂੰ ਜੈਨੋਸਾਈਡ ਦਾ ਉਹਦੇ ਉੱਤੇ ਇਲਜ਼ਾਮ ਲੱਗਿਆ, ਉਹਦੇ ਬੁੱਤ ਨੂੰ ਤੋੜਿਆ ਗਿਆ। ਚਾਹੇ ਇੰਗਲੈਂਡ ਆ, ਚਾਹੇ ਕੈਨੇਡਾ ਦੇ ਵਿੱਚ ਬਹੁਤ ਸਾਰੇ ਥਾਵਾਂ ਦੇ ਉੱਤੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ। ਟੋਰਾਂਟੋ ਦੀ ਬਹੁਤ ਫੇਮਸ ਯੂਨੀਵਰਸਿਟੀ ਆ ਰੇਅਰਸਨ ਯੂਨੀਵਰਸਿਟੀ, ਕਿ ਉਹ ਰੇਅਰਸਨ ਦੇ ਨਾਮ ਉੱਤੇ ਆ, ਉਹਦੀ ਜਿਹੜਾ ਇੱਕ ਐਜੂਕੇਸ਼ਨਿਸਟ ਸੀਗਾ ਉਹਦੇ ਉੱਤੇ ਸ਼ੱਕ ਹੋ ਰਿਹਾ ਵੀ ਇਹ ਜਿਹੜੀ ਗੱਲਬਾਤ ਹੈ ਗਲਤ ਆ, ਇਹਦੇ ਉੱਤੇ ਨਾਂ ਦੇ ਉੱਤੇ ਨਹੀਂ ਹੋਣੀ ਚਾਹੀਦੀ। ਪਹਿਲਾਂ ਵੀ ਇੱਦਾਂ ਦੀਆਂ ਗੱਲਾਂ ਚੱਲੀਆਂ। ਅਮਰੀਕਾ ਦੇ ਵਿੱਚ ਕੋਲੰਬਸ ਦੇ ਬੁੱਤ ਜਿਹੜੇ ਸੀਗੇ ਉਹਨਾਂ ਨੂੰ ਤੋੜਿਆ ਗਿਆ, ਸਿਰ ਦੇ ਉੱਤੋਂ ਉਹਨੂੰ ਤੋੜ ਦਿੱਤਾ ਗਿਆ ਕਈ ਥਾਵਾਂ ਦੇ ਉੱਤੇ। ਔਰ ਇੰਗਲੈਂਡ ਦੇ ਵਿੱਚ, ਲੰਡਨ ਦੇ ਵਿੱਚ ਖਾਸ ਕਰਕੇ ਉਹਨਾਂ ਨੇ ਸਾਰੇ ਰਿਵਿਊ ਦੇ ਵਿੱਚ ਪਾ ਦਿੱਤੇ ਆ ਕਿ ਸਾਰੇ ਦੇ ਸਾਰੇ ਜਿੰਨੇ ਇਹ ਹਿਸਟੋਰਿਕ ਪਲੇਸਿਸ ਨੇ, ਜਿਹੜੇ ਜਿਹੜੇ ਇੱਥੇ ਸਟੈਚੂ ਲੱਗੇ ਆ, ਇਹਨਾਂ ਸਾਰਿਆਂ ਦੇ ਉੱਤੇ ਰਿਵਿਊ ਕਰੋ ਕਿਹੜੇ ਰੱਖਣੇ ਆ ਕਿਹੜੇ ਲਾਉਣੇ ਆ। ਇਹ ਪ੍ਰੋਟੈਸਟ ਇਸ ਹੱਦ ਤੱਕ ਚਲੇ ਗਿਆ ਕਿ ਇੱਕ ਵਾਰੀ ਦੁਬਾਰਾ ਸੋਚਣ ਲਈ ਉਹਨਾਂ ਨੂੰ ਮਜਬੂਰ ਹੋਣਾ ਪਿਆ ਵੀ ਇਹ ਕਿਹੜੇ ਜਿਹੜੇ ਉਸ ਜ਼ਮਾਨੇ ਦੇ ਰਾਜੇ ਸੀ ਜਿਨ੍ਹਾਂ ਨੂੰ ਅਸੀਂ ਕਹਿੰਦੇ ਸੀ, ਪਰ ਜੇ ਉਹਨਾਂ ਨੇ ਕੋਈ ਗਲਤ ਕੰਮ ਕੀਤਾ ਤਾਂ ਅੱਜ ਉਹਨਾਂ ਨੂੰ ਉਸ ਤਰ੍ਹਾਂ ਰੈਕੋਗਨਾਈਜ਼ ਨਾ ਕੀਤਾ ਜਾਵੇ। ਜਿੱਦਾਂ ਜਿੱਦਾਂ ਸਾਡੇ ਕੋਲ ਜਿਹੜੇ ਇਹ ਪੈਂਡੈਮਿਕ ਦੇ ਵਿੱਚੋਂ ਬਾਹਰ ਆ ਰਹੇ ਆ, ਉੱਦਾਂ ਉੱਦਾਂ ਬਹੁਤ ਕੁਝ ਬਦਲ ਰਿਹਾ, ਬਹੁਤ ਕੁਝ ਨਿਯਮ ਵੀ ਬਦਲੇ ਆ। ਜਿੱਥੇ ਅਸੀਂ ਗੱਲਬਾਤ ਕੀਤੀ ਸੀ ਕਿ ਸਟਾਰਬਕਸ ਆਪਣੇ ਬਹੁਤ ਸਾਰੇ ਜਿਹੜੇ ਉਹ ਲੋਕੇਸ਼ਨਸ ਬੰਦ ਕਰ ਰਹੀ ਆ, ਟਿਮ ਹਾਰਟਨ ਨੇ ਨਵੀਂ ਗੱਲ ਕੀਤੀ ਆ। ਉਹ ਜਿਹੜੇ ਪੈਟੀਓਸ ਨੇ ਬਾਹਰ ਆਊਟਸਾਈਡ ਸੀਟਿੰਗ ਆ, ਬਾਹਰ ਬੈਠਣ ਵਾਲੀ ਜਿਹੜੀਆਂ ਥਾਵਾਂ ਆ, 1000 ਕੈਨੇਡਾ ਦੇ ਵਿੱਚ ਉਹ ਨਵੀਆਂ ਥਾਵਾਂ ਬਾਹਰ ਖੋਲ੍ਹਣਗੇ। ਬਹੁਤ ਸਾਰੇ ਟਿਮ ਹਾਰਟਨ ਹੈਗੇ ਆ, ਉਹਨਾਂ ਦੇ ਅੰਦਰ ਬੈਠਦੇ ਆ ਕਈ ਵਾਰੀ ਅਸੀਂ, ਪਰ ਬਾਹਰ ਸੋਸ਼ਲ ਡਿਸਟੈਂਸਿੰਗ ਔਰ ਉਸ ਤਰੀਕੇ ਨੂੰ ਲਾਗੂ ਕਰਨ ਦੇ ਲਈ ਨਵੇਂ ਨਿਯਮਾਂ ਦੇ ਤਹਿਤ ਉਹ ਬਾਹਰ ਟਿਮ ਹਾਰਟਨ ਜਿਹੜਾ ਆ ਆਪਣੇ ਪੈਟੀਓਜ਼ 1000 ਦੇ ਕਰੀਬ ਦੱਸਿਆ ਜਾ ਰਿਹਾ ਕਿ ਹੋਰ ਵੀ ਇਸ ਮਹੀਨੇ ਦੇ ਵਿੱਚ ਖੁੱਲ੍ਹ ਜਾਣੇ ਆ, ਪਰ 1000 ਨਵੇਂ ਪੈਟੀਓਜ਼ ਤੁਹਾਨੂੰ ਇਹਨਾਂ ਟਿਮ ਹਾਰਟਨ ਦੇ ਉੱਤੇ ਅਕ੍ਰੋਸ ਦਾ ਕੰਟਰੀ ਜਿਹੜੇ ਉਹ ਦੇਖਣ ਨੂੰ ਮਿਲਣਗੇ। ਮੂਵੀ ਥੀਏਟਰ ਦੋਸਤੋ ਸਾਰੇ ਹੌਲੀ ਹੌਲੀ ਓਪਨ ਹੋ ਰਹੇ ਆ। AMC ਜਿਹੜੀ ਲਾਰਜੈਸਟ ਚੇਨ ਆ ਦੁਨੀਆ ਦੇ ਵਿੱਚ ਮੂਵੀ ਥੀਏਟਰ ਦੀ, ਉਹ ਬਹੁਤ ਸਾਰੇ ਥਾਵਾਂ ਦੇ ਉੱਤੇ, ਜਰਮਨੀ ਦੇ ਵਿੱਚ ਦੂਜੀਆਂ ਥਾਵਾਂ ਦੇ ਉੱਤੇ ਖੋਲ੍ਹਣ ਜਾ ਰਿਹਾ, ਔਰ ਅਮਰੀਕਾ ਦੇ ਵਿੱਚ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਕਹਿੰਦੇ ਅਸੀਂ 97% ਜਿਹੜੇ ਸਾਡੇ ਥੀਏਟਰ ਹੈਗੇ ਆ ਇੱਥੇ ਉਹਨਾਂ ਨੂੰ ਅਸੀਂ ਖੋਲ੍ਹ ਦੇਣਾ। ਉੱਥੇ ਜਾ ਕੇ ਸੋਸ਼ਲ ਡਿਸਟੈਂਸਿੰਗ ਹੋ ਸਕਦੀ ਆ, ਨਵੇਂ ਨਿਯਮ ਹੋ ਸਕਦੇ ਆ। ਇਸ ਤਰੀਕੇ ਦੇ ਨਾਲ ਉਹ ਇਹ ਜਿਹੜੇ ਸਾਰੇ ਥੀਏਟਰ ਖੋਲ੍ਹਣ ਜਾ ਰਹੇ ਆ। ਕੱਲ੍ਹ ਅਸੀਂ ਗੱਲਬਾਤ ਕੀਤੀ ਸੀ ਕਿ ਕੈਨੇਡਾ ਦੇ ਵਿੱਚ ਜਿੱਥੇ ਇੱਕ ਮਹੀਨੇ ਦੇ ਵਿੱਚ 25,000 ਤੋਂ ਲੈ ਕੇ 35,000 ਬੰਦਾ ਪਰਮਾਨੈਂਟ ਰੈਜ਼ੀਡੈਂਸੀ ਲੈਂਦਾ ਸੀ, PR ਹੁੰਦਾ ਸੀ, ਉਹ ਸਿਰਫ 4,000 ਹੋਇਆ ਅਪ੍ਰੈਲ ਮਹੀਨੇ ਦੇ ਵਿੱਚ। ਇਹ ਪੂਰੀ ਦੁਨੀਆ ਦੇ ਵਿੱਚ ਇਹਦਾ ਅਸਰ ਹੈਗਾ। ਯੂਰਪੀਅਨ ਯੂਨੀਅਨ ਦੇ ਵਿੱਚ ਜਿਹੜੇ ਅਸਾਈਲਮ ਸੀਕਰ ਸੀਗੇ ਉਹਨਾਂ ਦੀ ਗਿਣਤੀ ਦੇ ਵਿੱਚ ਦੱਸ ਰਿਹਾ ਕਿ 87% ਕਮੀ ਆਈ ਹੈ ਪਿਛਲੇ ਦਿਨਾਂ ਦੇ ਵਿੱਚ, ਕਿਉਂਕਿ ਸਾਰਾ ਕੁਝ ਰੁਕਿਆ ਸੀ, ਕਾਗਜ਼ੀ ਕਾਰਵਾਈ ਕੋਈ ਵੀ ਜਾਣਾ ਨਹੀਂ ਸੀ ਚਾਹੁੰਦਾ। 87%। ਸੋ ਦੁਨੀਆ ਦੀ ਜਿਹੜੀ ਮਾਈਗ੍ਰੇਸ਼ਨ ਆ ਉਹ ਵੀ ਕਿਤੇ ਨਾ ਕਿਤੇ ਇਹਨੇ ਸਾਰਾ ਕੁਝ ਜਿਹੜਾ ਹਿਲਾ ਕੇ ਰੱਖ ਦਿੱਤਾ। ਔਰ ਇੱਕ ਬਹੁਤ ਵਾਰੀ ਰੌਲਾ ਗੋਲਾ ਜਿਹੜਾ ਮਾਸਕ ਬਾਰੇ ਰਿਹਾ ਕਿ ਮਾਸਕ ਪਾਉਣਾ ਚਾਹੀਦਾ ਕਿ ਨਹੀਂ, ਬਹੁਤ ਸਾਰੇ ਲੋਕਾਂ ਨੇ ਹੁਣ ਇਹ ਕਹਿ ਦਿੱਤਾ ਆ, ਇਹ ਰਿਸਰਚ ਇੱਕ ਆਈ ਆ ਕਿ ਤੁਸੀਂ ਮਾਸਕ ਪਾਓਗੇ ਪਬਲਿਕ ਪਲੇਸਿਸ ਦੇ ਉੱਤੇ, ਮਾਸਕ ਪਾਉਣ ਦੇ ਨਾਲ ਜਿਹੜਾ ਹੋਮਮੇਡ ਮਾਸਕ ਆ ਉਹ ਪਾਉਣ ਦੇ ਨਾਲ ਤੁਸੀਂ ਬਹੁਤ ਵੱਡੇ ਇਹਨੂੰ ਸਪਰੈਡ ਕਰਨ ਤੋਂ ਬਚ ਸਕਦੇ ਆ। ਇਹ ਇੱਕ ਰੋਜ਼ ਰਿਸਰਚਸ ਬਦਲ ਰਹੀਆਂ ਜਦੋਂ ਜਦੋਂ ਦੀ ਅਸੀਂ ਗੱਲ ਕਰ ਰਹੇ, ਪਰ ਇੱਕ ਖਾਸ ਗੱਲ ਸੀ। ਸੋ ਅੱਜ ਕੈਨੇਡਾ ਦਾ ਮੁੱਖ ਮੁੱਦਾ ਜਿਹੜਾ ਐਮਰਜੈਂਸੀ ਫੰਡਿੰਗ ਲੈਣ ਦੇ ਉੱਤੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਦਾ ਬਿੱਲ ਤੇ ਦੂਜੀਆਂ ਪਾਰਟੀਆਂ ਦਾ ਵਿਰੋਧ, ਕੀ ਇਹ ਸਾਰੀ ਗੱਲਬਾਤ ਹੈ, ਇਹਦੇ ਬਾਰੇ ਸਰਦਾਰ ਰਣਦੀਪ ਸਿੰਘ ਸਰਾਏ ਹੁਣਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਸਰਾਏ ਸਾਹਿਬ ਸਾਡੇ ਨਾਲ ਨੇ। ਸਰਾਏ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ, ਜੀ ਆਇਆਂ ਨੂੰ। ਥੈਂਕ ਯੂ, ਸਤਿ ਸ੍ਰੀ ਅਕਾਲ ਤੁਹਾਡੇ ਸਾਰੇ ਸਰੋਤਿਆਂ ਨੂੰ ਜੀ। ਸਰਾਏ ਸਾਹਿਬ, ਇਹ ਕੀ ਮਾਮਲਾ ਹੋਇਆ ਕਿ ਲਿਬਰਲ ਪਾਰਟੀ ਨੂੰ ਕਿਸੇ ਵੀ ਪਾਰਟੀ ਨੇ ਸਪੋਰਟ ਨਹੀਂ ਕੀਤਾ, ਔਰ ਕੁਝ ਆਪਣੇ ਜਿਹੜੇ ਲਿਬਰਲ ਦੇ ਮੈਂਬਰ ਪਾਰਲੀਮੈਂਟ ਆ ਉਹ ਵੀ ਕਹਿ ਰਹੇ ਵੀ ਇਹ ਗੱਲ ਗਲਤ ਹੈ, ਇਹ ਸਖਤੀ ਨਹੀਂ ਹੋਣੀ ਚਾਹੀਦੀ ਜੀ?
ਦੇਖੋ, ਇਹ ਜਿਹੜੀਆਂ ਦੂਸਰੀਆਂ ਪਾਰਟੀਆਂ ਉਹ ਸਿਆਸਤ ਦੀ ਖੇਡਾਂ ਖੇਲ ਰਹੀਆਂ। ਸਾਡਾ ਇਹ ਜਿਹੜਾ ਬਿੱਲ ਸੀਗਾ, ਇਹਦੇ ਵਿੱਚ ਦੋ ਪਾਰਟ ਸੀਗੇ। ਇੱਕ, ਜਿੰਨੇ ਵੀ ਲੋਕ ਡਿਸੇਬਿਲਿਟੀ ਕ੍ਰੈਡਿਟ ਲੈ ਰਹੇ ਆ ਉਹਨਾਂ ਨੂੰ $600 ਅਸੀਂ ਦੇਣਾ ਸੀ, ਕਿਉਂਕਿ ਉਹਨਾਂ ਨੂੰ ਕਾਫੀ COVID-19 ਵੇਲੇ ਮੁਸ਼ਕਲ ਆਈ ਆ ਔਰ ਉਹਨਾਂ ਨੂੰ ਸਹਾਇਤਾ ਦੀ ਲੋੜ ਆ, ਔਰ ਉਹਦੇ ਕਾਰਨ ਅਸੀਂ ਉਹਨਾਂ ਨੂੰ $600 ਦੇਣਾ ਸੀ। ਉਹ ਇਸ ਬਿੱਲ ਦੇ ਵਿੱਚ ਸੀ। ਦੂਸਰੇ ਪਾਸੇ ਮੈਂ ਆਪ ਖੁਦ ਹਰ ਵਾਰੀ ਮਾਰਚ ਤੋਂ ਲੈ ਕੇ ਅੱਜ ਤੱਕ ਜਿੰਨੀ ਵਾਰੀ ਤੁਹਾਡੇ ਸ਼ੋਅ ਤੇ ਵੀ ਆਇਆ ਜਾਂ ਹੋਰਾਂ ਤੇ ਵੀ ਆਇਆ, ਹਰ ਵਾਰੀ ਦੱਸਿਆ ਕਿ ਕਿਸੇ ਨੇ ਵੀ ਜਦੋਂ ਇਹ ਪੈਸੇ ਲਏ ਆ, ਜੇ ਗਲਤ ਲੈ ਰਿਹਾ ਉਹਦੇ ਉੱਤੇ ਲੀਗਲ ਕਾਰਵਾਈ ਕੀਤੀ ਜਾ ਸਕਦੀ ਔਰ ਕੀਤੀ ਜਾਊਗੀ। ਔਰ ਇਸ ਕਰਕੇ ਓਨੈਸਟੀ ਦੇ ਨਾਲ ਲੈਣਾ ਚਾਹੀਦਾ। ਜੇ ਅਸੀਂ ਨਰਮੀ ਕੀਤੀ ਆ ਦੇਣ ਵਾਸਤੇ, ਉਹਦਾ ਇਹ ਨਹੀਂ ਮੀਨ ਹੈਗਾ ਕਿ ਉਹਨੂੰ ਫਜ਼ੂਲ ਤੁਸੀਂ ਵਰਤੋ। ਸੋ ਇਹ ਲੋੜਵੰਦ ਵਾਸਤੇ ਹੈਗਾ। ਅਸੀਂ ਨਰਮੀ ਤਾਂ ਕੀਤੀ ਸੀ ਤਾਂ ਕਿ ਜਲਦੀ ਤੋਂ ਜਲਦੀ ਲੋਕਾਂ ਕੋਲ ਪੈਸਾ ਮਿਲੇ ਤੇ ਉਹ ਆਪਣੇ ਉਹਨਾਂ ਦੇ ਮੋਰਗੇਜ ਜਾਂ ਉਹਨਾਂ ਦਾ ਰੁਜ਼ਗਾਨਾ ਦੇ ਵਿੱਚ ਢਿੱਲ ਨਾ ਪਵੇ। ਸੋ ਹੁਣ ਉਹ ਕਲੈਰਿਟੀ ਲਿਆਉਣ ਵਾਸਤੇ ਅਸੀਂ ਕਿ ਜਿਹੜੀ ਗਲਤ ਕੀਤਾ, ਪਹਿਲੀ ਗੱਲ ਤਾਂ ਜੇ ਤੁਹਾਡੇ ਕੋਲ ਗਲਤ ਪੈਸੇ ਆ ਗਏ, ਤੁਹਾਡੇ ਸੇ ਤੁਸੀਂ ਮਈ ਦੇ ਵਿੱਚ ਤੁਸੀਂ ਸੀਗੇ ਅਨਐਮਪਲੋਇਡ ਜਾਂ ਤੁਹਾਡੇ ਨਹੀਂ ਕੰਮ ਮਿਲਿਆ ਤਾਂ ਤੁਹਾਨੂੰ ਉਹ 2000 ਮਿਲਿਆ। ਜੂਨ ਦੇ ਵਿੱਚ ਤੁਸੀਂ ਹੁਣ ਕੰਮ ਮਿਲ ਗਿਆ, ਤੁਹਾਨੂੰ ਚੈੱਕ ਆ ਗਈ ਆਲਰੇਡੀ ਜੂਨ ਦੀ, ਤੁਸੀਂ ਮੋੜ ਸਕਦੇ ਉਹਨੂੰ ਬੈਕ। ਉਹਨੂੰ ਓਨੈਸਟ ਮਿਸਟੇਕ ਕਿਹਾ ਜਾਂਦਾ। ਜਾਂ ਤੁਸੀਂ ਸ਼ਾਇਦ $1000 ਅਰਨ ਕਰਨ ਦੀ ਆਗਿਆ ਹੈਗੀ ਤੁਹਾਨੂੰ ਮਹੀਨੇ ਦੇ ਜਦੋਂ ਪੇਰੋਲ ਆਈ ਤੁਹਾਨੂੰ $1200 ਆ ਗਿਆ ਜਾਂ 1500 ਆ ਗਿਆ, ਤੁਹਾਡੇ ਜ਼ਿਆਦਾ ਘੰਟੇ ਲੱਗ ਗਏ, ਤੁਸੀਂ ਉਹ ਮੋੜ ਸਕਦੇ ਬੈਕ। ਦੂਸਰੀ ਹੁੰਦੀ ਆ ਜਿਹੜੀ ਕਿ ਜਾਣ ਬੁੱਝ ਕੇ ਆ, ਉਹਨਾਂ ਦੇ ਉੱਤੇ ਅਪ ਟੂ 300% ਫਾਈਨ ਕੀਤਾ ਜਾਊਗਾ। ਉਹ ਇਸ ਬਿੱਲ ਦੇ ਵਿੱਚ ਪ੍ਰਪੋਜ਼ਲ ਸੀ। ਔਰ ਜਿਹੜੇ ਮਲਟੀਪਲ ਫਰਾਡੂਲੈਂਟ ਮਤਲਬ ਫਰਾਡ ਕਰਨ ਤੋਂ ਬਾਅਦ, ਪਤਾ ਲੱਗਣ ਤੋਂ ਬਾਅਦ ਫੇਰ ਫਰਾਡ ਕਰਦੇ, ਉਹਨਾਂ ਨੂੰ ਜੇਲ੍ਹ ਸਜ਼ਾ ਹੋ ਸਕਦੀ ਔਰ ਉਹ ਹੋਣੀ ਵੀ ਚਾਹੀਦੀ ਆ ਮੇਰੇ ਹਿਸਾਬ ਦੇ ਨਾਲ। ਜਿਹੜਾ ਵੀ ਕੋਈ ਵਿਅਕਤੀ ਜਾਣ ਬੁੱਝ ਕੇ ਮਲਟੀਪਲ ਟਾਈਮਸ ਇਹ ਕਰਦਾ, ਉਹਨੂੰ ਸਾਡੇ ਟੈਕਸ ਲਾਅ ਦੇ ਮੁਤਾਬਕ ਹੋਰਾਂ ਅਫੈਂਸਾਂ ਦੇ ਵਿੱਚ ਵੀ ਇਸੇ ਤਰ੍ਹਾਂ ਸਜ਼ਾ ਹੁੰਦੀ ਹੈ, ਇਹਦੇ ਵਿੱਚ ਵੀ ਇਸੇ ਤਰ੍ਹਾਂ ਹੋਣੀ ਸੀਗੀ। ਸੋ ਇਹ ਉਹਨਾਂ ਵਾਸਤੇ ਆ ਜਿਹੜੇ ਬਹੁਤ ਜਾਣ ਬੁੱਝ ਕੇ ਦੁਬਾਰਾ ਬਾਰ-ਬਾਰ ਗਲਤੀਆਂ ਕਰ ਰਹੇ। ਔਰ ਜਿਹੜੇ ਕੰਸਰਵੇਟਿਵ ਪਾਰਟੀ ਉਹਨੇ ਇਹ ਕਹਿ ਦਿੱਤਾ ਕਿ ਅਸੀਂ ਇੱਥੇ ਬਹਿਸ ਕਰਾਂਗੇ, ਉਹਨੇ ਕੋਈ ਖਾਸ ਰੀਜ਼ਨਿੰਗ ਨਹੀਂ ਦੱਸੀ। NDP ਵਾਲੇ ਉਹ ਕਹਿੰਦੇ ਅਸੀਂ ਸਜ਼ਾ ਨਹੀਂ ਚਾਹੁੰਦੇ ਕਿਸੇ ਨੂੰ ਵੀ ਜੇ ਉਹਨੇ ਗਲਤੀ ਨਾਲ ਲਿਆ, ਸੋ ਉਹ ਉਹਦੇ ਖਿਲਾਫ ਹੈਗੇ ਆ। ਔਰ ਜਿਹੜੇ ਬਲਾਕ ਕਬੈਕਵਾ ਉਹਨੇ ਆਪਣੀਆਂ 3-4 ਸ਼ਰਤਾਂ ਮੰਗੀਆਂ, ਉਹ ਖਾਸ ਕਰਕੇ ਆਪਣੇ ਸੂਬੇ ਵਾਸਤੇ ਵੀ ਜਦੋਂ ਫਸਟ ਮਿਨਿਸਟਰ ਦਾ ਸਮਿਟ ਹੋਊਗਾ, ਹੈਲਥ ਕੇਅਰ ਦੀ ਅਕੋਰਡ ਹੋਊਗੀ, ਅਸੀਂ ਉਦੋਂ ਦੇਖ ਕੇ ਕਰਾਂਗੇ। ਉਹਨੇ ਕਿੰਤੂ ਪਰੰਤੂ ਹੋਰ ਚੀਜ਼ਾਂ ਤੇ ਨਹੀਂ ਕੀਤਾ, ਬੜੇ ਇਸ ਕਰਕੇ ਕੀਤਾ। ਸੋ ਇਹ ਚੀਜ਼ਾਂ ਹੈਗੀਆਂ, ਪਰ ਉਹਨਾਂ ਦੀ ਸਿਆਸਤੀ ਖੇਡ ਆ, ਉਹੀ ਹੁਣ ਬਾਰਗਨ ਕਰਨਾ ਚਾਹੁੰਦੇ ਆਪਣੇ ਹੋਰ ਚੀਜ਼ਾਂ। ਬਟ ਆਈ ਥਿੰਕ ਜੋ ਕੈਨੇਡੀਅਨ ਚਾਹੁੰਦੇ ਆ, ਉਹ ਚਾਹੁੰਦੇ ਕਿ ਅਸੀਂ ਜਲਦੀ ਪੈਸੇ ਜਿਹੜੇ ਲੋੜਵੰਦ ਉਹਨਾਂ ਨੂੰ ਮਿਲਣ, ਔਰ ਜਿਹੜੇ ਗਲਤ ਇਸਤੇਮਾਲ ਕਰਦੇ ਆ ਉਹਨਾਂ ਨੂੰ ਸਖਤ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ। ਔਰ ਹੋਣੀ ਟਾਈਮਿੰਗ ਹੈਗੀ ਆ ਇਹਨਾਂ ਬਿੱਲ ਦੇ ਉੱਤੇ। ਇਸ ਕਰਕੇ ਅਸੀਂ ਆਸ ਕਰਦੇ ਕਿ ਕੈਨੇਡੀਅਨ ਸਾਡੇ ਨਾਲ ਆ। ਬਿਲਕੁਲ ਸਰਾਜ ਸਾਹਿਬ, ਇੱਕ ਸਧਾਰਨ ਬੰਦਾ ਵੀ ਜਿਹੜਾ ਹੈਗਾ ਉਹ ਵੀ ਇਹੀ ਚਾਹੁੰਦਾ ਵੀ ਜਿਹੜੇ ਬੰਦੇ ਨੇ ਵੀ ਗਲਤ ਤਰੀਕੇ ਦੇ ਨਾਲ ਕੋਈ ਹੇਰਾਫੇਰੀ ਕੀਤੀ ਹੈ ਸਿਸਟਮ ਦੇ ਨਾਲ, ਉਹਨੂੰ ਸਜ਼ਾ ਮਿਲੇ ਔਰ ਉਹਨੂੰ ਜੁਰਮਾਨਾ ਵੀ ਹੋਵੇ। ਪਰ ਇਹਦਾ ਤੁਹਾਨੂੰ ਕੀ ਵੱਡਾ ਕਾਰਨ ਲੱਗਦਾ ਕਿ ਸਾਰੀਆਂ ਪਾਰਟੀਆਂ ਵਿਰੋਧ ਕਰ ਗਈਆਂ, ਕੋਈ ਇੱਕ ਵੀ ਨਹੀਂ ਇਹਦੇ ਨਾਲ ਖੜੀ ਹੋਈ? ਕਿਤੇ ਇੱਦਾਂ ਤਾਂ ਨਹੀਂ ਉਹਨਾਂ ਨੂੰ ਲੱਗਦਾ ਕਿ ਇਸ ਪੈਂਡੈਮਿਕ ਦੇ ਵਿੱਚ ਜਿਹੜੇ ਮਦਦ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨੇ ਕੀਤੀ ਹੈ ਉਹਦੇ ਨਾਲ ਉਹਨਾਂ ਦੀ ਪੋਪੂਲੈਰਿਟੀ ਜਾਂ ਲਿਬਰਲ ਦੀ ਪੋਪੂਲੈਰਿਟੀ ਵੱਧ ਰਹੀ ਹੈ? ਇਹਦੇ ਵਿੱਚ ਪਾਰਟੀ ਪੋਲਿਟਿਕਸ ਕਿੰਨੀ ਕੁ ਹੈ? ਦੇਖੋ, ਇਹ ਆਲਮੋਸਟ ਪਿਓਰਲੀ ਪਾਰਟੀ ਪੋਲਿਟਿਕਸ ਹੈਗੀ, ਇਹਦੇ ਵਿੱਚ ਕੋਈ ਐਕਚੁਅਲ ਪਰਪਸ ਨਹੀਂ ਹੈਗਾ। ਜੇ ਹੁਣ ਜਗਮੀਤ ਸਿੰਘ ਕਹਿ ਰਿਹਾ ਕਿ ਜਿਹੜਾ ਬੰਦਾ ਫਰਾਡੂਲੈਂਟਲੀ ਕਰਕੇ ਔਰ ਫਰਾਡ ਕਰਨ ਤੋਂ ਬਾਅਦ ਫੇਰ ਫਰਾਡ ਕਰੇ ਉਹਨੂੰ ਜੇਲ੍ਹ ਨਾ ਹੋਵੇ, ਤੁਸੀਂ ਆਪ ਹੀ ਸਮਝ ਲਓ ਕਿੰਨੀ ਸਿਆਣੀ ਗੱਲ ਹੈਗੀ ਕਿ ਨਹੀਂ ਹੈਗੀ ਆ। ਇਸੇ ਤਰ੍ਹਾਂ ਜੇ ਤੁਸੀਂ ਇਹ ਕਹੋ ਕਿ ਅਸੀਂ ਇੱਥੇ ਡਿਬੇਟ ਹੋਰ ਕਰਨੀ, ਟਾਈਮ ਹੋਰ ਲਾਉਣਾ, ਪਾਰਲੀਮੈਂਟ ਬਿਠਾਲਣਾ, ਸਿਰਫ ਉਹਦਾ ਮੁੱਦਾ ਲੈ ਕੇ ਲਈਏ, ਤਾਂ ਫਿਰ ਆਪਾਂ ਦੇਖੀਏ ਕਿ ਜਿਹੜੇ ਡਿਸੇਬਿਲਿਟੀ ਦੇ ਉੱਤੇ ਹੈਗੇ ਆ ਉਹਨਾਂ ਨੂੰ ਨਾ ਪੈਸੇ ਮਿਲਣ। ਇਹ ਵੀ ਸਿਆਸੀ ਇੱਕ ਖੇਡ ਹੈਗੀ ਆ। ਸੋ ਜੇ ਤੁਸੀਂ ਦੇਖੋ, ਇਹਨਾਂ ਦੀ ਰੀਅਲ ਮੰਗ ਕਿਸੇ ਦੀ ਕੋਈ ਖਾਸ ਹੈ ਨਹੀਂ ਕਿ ਇਹਨਾਂ ਨੂੰ ਕੋਈ ਹੁਣ ਪ੍ਰੋਬਲਮ ਇਹ ਲੱਗ ਰਹੀ ਕਿ ਜਿੰਨੇ ਵੀ ਪੋਲਸ ਹੈਗੇ ਆ, ਜਿੰਨੇ ਵੀ ਕੈਨੇਡੀਅਨਸ ਨੂੰ ਤੁਸੀਂ ਆਮ ਪੁੱਛਦੇ ਆ, ਉਹ ਸਾਰੇ ਕਾਫੀ ਖੁਸ਼ ਹੈ ਕਿ ਜੋ ਗਵਰਨਮੈਂਟ ਦਾ ਰਿਸਪੌਂਸ ਰਿਹਾ ਪੈਂਡੈਮਿਕ ਦੇ ਵਿੱਚ, ਚਾਹੇ ਉਹ ਫਾਈਨੈਂਸ਼ੀਅਲ ਸਪੋਰਟ ਆ, ਚਾਹੇ ਉਹ ਲੋਕਡਾਊਨ ਜਾਂ ਕਲੋਜ਼ਰਸ ਜਾਂ ਏਅਰਪੋਰਟ ਸਿਕਿਉਰਿਟੀ ਜਾਂ ਸਕਰੀਨਿੰਗ ਦੇ ਉੱਤੇ ਕੀਤਾ ਗਿਆ, ਉਹ ਬਹੁਤ ਵਧੀਆ ਤਰੀਕੇ ਨਾਲ ਕੀਤਾ ਗਿਆ। ਤਦੇ ਕਰਕੇ ਦੁਨੀਆ ਦੇ ਭਰ ਦੇ ਵਿੱਚ ਸਾਡਾ ਕੋਵਿਡ ਰੇਟ ਵੀ ਰਿਲੇਟਿਵਲੀ ਲੋ ਲੈਵਲ ਤੇ ਰਿਹਾ, ਡੈਥ ਰੇਟ ਵੀ ਲੋਅਰ ਰਹੀ, ਇਕਨੋਮਿਕਲੀ ਵੀ ਅਸੀਂ ਬਾਕੀਆਂ ਨਾਲੋਂ ਕਾਫੀ ਸੁਰੱਖਿਅਤ ਰਹੇ ਆ। ਸੋ ਇਹ ਬਿਲਕੁਲ ਪੂਰੀ ਸਿਆਸੀ ਖੇਡ ਹੈਗੀ ਆ, ਇਹਦੇ ਵਿੱਚ ਕੋਈ ਐਕਚੁਅਲ ਮੀਨਿੰਗ ਨਹੀਂ ਹੈਗੀ ਪਿੱਛੇ। ਇਹਦੇ ਬਾਰੇ ਇੱਕ ਗੱਲ ਕਹੀ ਜਾ ਰਹੀ ਹੈ ਕਿ ਜਦੋਂ ਵੀ ਕੋਈ ਬਿੱਲ ਲਿਆਉਣਾ ਹੁੰਦਾ ਉਹਦੇ ਲਈ ਕਈ ਮਹੀਨੇ ਲੱਗ ਜਾਂਦੇ ਆ ਉਹ ਪ੍ਰੋਸੈਸ ਨੂੰ, ਔਰ ਉਹ ਬੜਾ ਕੰਪਲੀਕੇਟਡ ਪ੍ਰੋਸੈਸ ਹੁੰਦਾ ਵੀ ਇਹ ਸਿਰਫ ਇੱਕ ਦਿਨ ਦੇ ਵਿੱਚ ਹੀ ਸਾਨੂੰ ਜਿਹੜਾ ਦੱਸਿਆ ਗਿਆ ਤੇ ਬਿੱਲ ਲੈ ਆਂਦਾ ਗਿਆ। ਇਹ ਪੋਸੀਬਲ ਨਹੀਂ ਹੈ ਕਿ ਅਸੀਂ ਇਸ ਪੈਂਡੈਮਿਕ ਦੇ ਬੇਸ ਦੇ ਉੱਤੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੂੰ ਬਲੈਂਕ ਚੈੱਕ ਨਹੀਂ ਦੇ ਸਕਦੇ ਵੀ ਉਹ ਜੋ ਮਰਜ਼ੀ ਕਰਦੇ ਫਿਰਨ। ਇਹਦੇ ਬਾਰੇ ਕੀ ਕਹਿੰਦੇ ਹੋ ਜੀ?
ਦੇਖੋ ਇਹ ਜੇ ਪੈਂਡੈਮਿਕ ਦੇ ਵਿੱਚ ਜਿੰਨੇ ਵੀ ਬਿੱਲ ਹੋਏ ਆ, ਸਰਵ ਬੈਨੀਫਿਟਸ ਦੇ, ਵੇਜ ਸਬਸਿਡੀ ਦੇ, ਕਮਰਸ਼ੀਅਲ ਲੋਨ ਜਿਹੜੇ ਹੈਗੇ ਆ, ਇਹ ਸਾਰੇ ਜਲਦੀ ਪ੍ਰੋਸੈਸ ਦੇ ਨਾਲ ਹੋਇਆ। ਤਦੇ ਇਹਦੇ ਵਿੱਚ ਸਰਬਸੰਮਤੀ ਸਾਨੂੰ ਡਿਬੇਟ ਨੂੰ ਫਿਰ ਉਹ ਕੰਡੈਂਸ ਕਰ ਸਕਦੇ ਆ ਸਰਬਸੰਮਤੀ ਦੇ ਨਾਲ। ਉਸੇ ਪ੍ਰੋਸੀਜਰ ਦੇ ਨਾਲ ਮਾਰਚ ਤੋਂ ਲੈ ਕੇ ਅੱਜ ਤੱਕ ਅਸੀਂ ਚੱਲਦੇ ਆ ਰਹੇ ਹਾਂ। ਨਾਰਮਲੀ ਜਦੋਂ ਤੁਹਾਡੇ ਕੋਲ ਕਨਵੈਨਸ਼ਨ ਹੁੰਦਾ, ਹਾਂ, ਉਦੋਂ ਤੁਹਾਡੇ ਕੋਲ ਡਿਬੇਟ ਕਰਨ ਦੇ ਚਾਂਸ ਬਹੁਤ ਆ, ਉਦੋਂ ਤੁਹਾਡੇ ਕੋਲ ਉਹਦੇ ਉੱਤੇ ਬਹਿਸ ਕਰਨ ਦੇ, ਸਲਾਹ ਕਰਨ ਦੇ, ਕਮੇਟੀ ਰਿਪੋਰਟ ਲੈਣ ਦੇ ਬਹੁਤ ਟਾਈਮ ਹੈਗਾ। ਪਰ ਜਦੋਂ ਇੱਦਾਂ ਦੇ ਪੈਂਡੈਮਿਕ ਹੈ, ਉਦੋਂ ਤੁਹਾਡੇ ਕੋਲ ਟਾਈਮ ਨਹੀਂ ਲੱਗ ਜੀ ਕਿ ਤੁਸੀਂ 6 ਮਹੀਨੇ ਲਾਓ ਇੱਕ ਬਿੱਲ ਨੂੰ ਪਾਸ ਕਰਨ ਨੂੰ। ਕਈ ਵਾਰੀ ਸਾਲ ਵੀ ਲੱਗ ਜਾਂਦਾ, 18 ਮਹੀਨੇ ਵੀ ਲੱਗ ਜਾਂਦੇ ਉਸ ਬਿੱਲ ਨੂੰ ਪਾਸ ਕਰਨ ਵਾਸਤੇ। ਜੇ ਅਸੀਂ ਉਸ ਸੀਕੁਐਂਸ ਦੇ ਨਾਲ ਦੇਖੀਏ ਤਾਂ ਉਹ ਫਿਰ ਕੋਈ ਵੀ ਬਿੱਲ ਇਸ ਪੈਂਡੈਮਿਕ ਦੇ ਵਿੱਚ ਨਹੀਂ ਹੋਊਗਾ। ਇਹ ਵਰਲਡ ਵਾਈਡ ਇਸ ਵੇਲੇ ਚਾਹੇ ਇੰਗਲੈਂਡ ਦੇਖ ਲਓ, US ਦੇਖ ਲਓ, ਇਹ ਪੈਂਡੈਮਿਕ ਦੇ ਵਿੱਚ ਇਸੇ ਤਰ੍ਹਾਂ ਕੰਡੈਂਸਡ ਵਰਜ਼ਨ ਦੇ ਵਿੱਚ ਹੀ ਪਾਰਲੀਮੈਂਟਰੀ ਅਫੇਅਰ ਪਾਸ ਕੀਤੇ ਜਾਂਦੇ ਆ। ਤੇ ਇੱਕ ਗੱਲ ਇਹ ਕਹੀ ਜਾ ਰਹੀ ਹੈ ਵੀ ਜਿਹੜਾ ਪਹਿਲਾਂ ਕੈਨੇਡਾ ਦਾ ਕਾਨੂੰਨ ਆ, ਉਹਦੇ ਤਹਿਤ ਗਲਤ ਤਰੀਕੇ ਨਾਲ ਪੈਸੇ ਲੈਣ ਵਾਲਿਆਂ ਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ। ਇਹ ਨਵਾਂ ਕਾਨੂੰਨ ਬਣਾਉਣ ਦੀ ਕੀ ਲੋੜ ਸੀ? ਦੇਖੋ, ਇਹ ਕਲੈਰੀਫਾਈ ਕਰਨ ਵਾਸਤੇ ਸਖਤ ਰੂਲ ਬਣਾਇਆ ਜਾ ਰਿਹਾ। ਨਾਰਮਲੀ CRA ਕੋ ਹੋਰ ਸਾਧਨ ਹੈਗੇ ਆ, ਟੂਲਸ, ਪਰ ਇਹ ਕਲੀਅਰਲੀ ਇਸ ਇਸ਼ੂ ਨੂੰ ਡੀਲ ਕਰਨ ਵਾਸਤੇ ਕੀਤਾ ਜਾ ਰਿਹਾ ਸੀਗਾ, ਤਾਂ ਕਿ ਆਪਾਂ ਚਾਂਸ ਵੀ ਦੇ ਦਈਏ ਕਿ ਲੋਕਾਂ ਨੂੰ ਜਿਹੜੀ ਗਲਤੀ ਨਾਲ ਪੈਸੇ ਲਏ ਉਹ ਮੋੜ ਸਕਦੇ ਵਿਦਆਊਟ ਇੰਟਰਸਟ ਔਰ ਪੈਨਲਟੀ, ਜਿਹੜਾ ਕਿ ਦੂਸਰੇ ਕਈ CRA ਕਾਨੂੰਨਾਂ ਦੇ ਮੁਤਾਬਕ ਤੁਸੀਂ ਨਹੀਂ ਦੇ ਸਕਦੇ ਪੈਨਲਟੀ ਤੋਂ ਬਗੈਰ ਜੇ ਤੁਸੀਂ ਬਾਅਦ ਕੀਤਾ। ਸੋ ਇਹ ਉਹਨੂੰ ਕਲੈਰੀਫਾਈ ਕਰਨ ਵਾਸਤੇ ਸੀਗਾ। ਦੂਸਰਾ, ਫਿਰ ਜਿਹੜਾ ਉਹਨੂੰ ਨਹੀਂ ਮੰਨਦਾ ਉਹਨੂੰ ਉਹ ਅਪ ਟੂ 300% ਪੈਨਲਟੀ ਦੇ ਸਕਦਾ, ਔਰ ਜਿਹੜਾ ਫਿਰ ਉਹਨੂੰ ਫਲੇਗਰੈਂਟਲੀ ਉਹਨੂੰ ਨੋਟਿਸ ਆਉਣ ਤੋਂ ਬਾਅਦ ਕਿ ਮੇਰਾ ਫਰਾਡੂਲੈਂਟਲੀ ਕੀਤਾ ਔਰ ਗਲਤ ਉਹਨੂੰ ਦਿੱਤਾ, ਹੁਣ ਫੇਰ ਅਪਲਾਈ ਕਰਕੇ ਰਿਹਾ, ਉਹਨੂੰ ਫਿਰ ਸਜ਼ਾ ਹੋ ਸਕਦੀ। ਉਹ ਰੀਪੀਟ ਅਫੈਂਡਰ ਕਿਸਮ ਦਾ ਕਹਿ ਲਓ। ਇਹਦੇ ਕਾਰਨ ਇਹ ਬਿੱਲ ਕੀਤਾ ਜਾ ਰਿਹਾ ਸੀਗਾ, ਤਾਂ ਕਿ ਲੋਕਾਂ ਨੂੰ ਪਤਾ ਵੀ ਹੋਵੇ। ਜਿਸੇ ਤਰ੍ਹਾਂ ਇਹ ਪਾਸ ਕੀਤੇ ਗਏ ਜਲਦੀ ਦੇ ਵਿੱਚ, ਇਹ ਵੀ ਸਾਨੂੰ ਅਸੂਲ ਇਹ ਚਾਹੀਦਾ। ਪਰ ਇਹ ਇਕੱਲਾ ਬਿੱਲ ਇਹਦੇ ਉੱਤੇ ਨਹੀਂ ਸੀਗਾ, ਇਹ ਨਾਲ ਦੀ ਨਾਲ ਜਿਹੜਾ ਡਿਸੇਬਿਲਿਟੀ ਬੈਨੀਫਿਟਸ ਦਿੱਤੇ ਜਾਣੇ ਸੀਗੇ ਉਹਨੂੰ ਵੀ ਸੀਗਾ। ਇਸ ਕਰਕੇ ਇਹ ਆਲ ਇਨ ਵਨ ਇਨਕਲੂਸਿਵ ਜਿਹੜਾ ਬਿੱਲ ਸੀਗਾ, ਜਿਹਦੇ ਵਿੱਚ ਅਸੀਂ ਪੈਸੇ ਅਪਰੂਵ ਕਰਕੇ ਦੇਣੇ ਵੀ ਸੀ, ਉਸ ਦੇ ਨਾਲ ਨਾਲ ਇਹ ਕਾਨੂੰਨੀ ਤੌਰ ਤੇ ਇਹਨੂੰ ਜਿਹੜਾ ਅਬਿਊਜ਼ ਕਰਦਾ ਉਹਦੇ ਵਾਸਤੇ ਸਜ਼ਾ ਵੀ ਇਹਦੇ ਵਿੱਚ ਸੀਗੀ। ਤੇ ਜਿਹੜਾ $600 ਡਿਸੇਬਿਲਿਟੀ ਦਾ ਦੇਣਾ ਸੀ, ਕੀ ਇਸ ਬਿੱਲ ਦੇ ਉੱਤੇ ਕਿਸੇ ਦੀ ਵੀ ਸਪੋਰਟ ਨਾ ਮਿਲਣ ਕਰਕੇ ਹੁਣ ਉਹ ਵੀ ਵਿੱਚ ਹੀ ਰਹਿ ਗਿਆ ਜੀ? ਇਸ ਵੇਲੇ ਉਹ ਵਿੱਚ ਹੀ ਰਹਿ ਗਿਆ, ਹਾਂਜੀ। ਸੋ ਉਹਦੇ ਉੱਤੇ ਹੁਣ ਅਗੇਨ ਆਲ ਪਾਰਟੀਜ਼ ਦੀ ਡਿਸਕਸ਼ਨਸ ਹੋ ਰਹੀਆਂ, ਸਾਡੇ ਪਾਰਟੀ ਲੀਡਰ ਅਤੇ ਵਿਪਸ ਤੇ ਕਰ ਰਹੀਆਂ ਹਾਊਸ ਲੀਡਰ ਦੇ ਨਾਲ, ਔਰ ਗੋਲ ਹੈਗਾ ਕਿ ਅਸੀਂ ਕਰੀਏ। ਸਾਡਾ ਪੂਰਾ ਕੌਨਫੀਡੈਂਸ ਹੈ ਕਿ ਅਸੀਂ ਜਿਹੜਾ ਵਾਅਦਾ ਕੀਤਾ ਉਹ ਪੂਰਾ ਕਰਾਂਗੇ ਔਰ ਉਹਨਾਂ ਨੂੰ ਉਹ ਪੈਸੇ ਦਵਾਵਾਂਗੇ। ਪਰ ਅਨਫੋਰਚੂਨੇਟਲੀ ਇਹ ਡਿਲੇ ਦੇ ਕਾਰਨ ਉਹ ਸ਼ਾਇਦ ਪੈਸੇ ਜਿਸ ਤੇ ਅਸੀਂ ਆਸ ਕਰਦੇ ਸੀ ਉਹਨਾਂ ਨੂੰ ਜਲਦੀ ਮਿਲ ਗਏ, ਉਹ ਨਾ ਮਿਲ ਗਏ। ਉਹ ਦੂਸਰੀਆਂ ਪਾਰਟੀਆਂ ਦੀ ਡਿਲੇ ਕਾਰਨ ਉਹ ਹੁਣ ਸ਼ਾਇਦ ਥੋੜ੍ਹਾ ਠਹਿਰ ਕੇ ਮਿਲੂਗਾ। ਪਰ ਅਸੀਂ ਸਾਡਾ ਪੂਰਾ ਯਤਨਸ਼ੀਲ ਹੈ ਕਿ ਅਸੀਂ ਉਸ ਪੈਸੇ ਦੇ ਉੱਤੇ ਖੜੇ ਰਹਾਂਗੇ ਔਰ ਅਸੀਂ ਦਵਾਵਾਂਗੇ ਉਹ ਡਿਸੇਬਿਲਿਟੀ ਟੈਕਸ ਕ੍ਰੈਡਿਟ। ਜਦੋਂ ਇਹ ਜਿਹੜੀ ਬੈਨੀਫਿਟ ਸੀਗਾ ਦਿੱਤਾ ਜਾ ਰਿਹਾ ਸੀ ਲੋਕਾਂ ਨੂੰ, ਉਦੋਂ ਕਿਤੇ ਨਾ ਕਿਤੇ ਗੱਲ ਚੱਲਦੀ ਸੀ ਵੀ ਨਿਯਮ ਬਹੁਤ ਨਰਮ ਆ, ਕੋਈ ਬੰਦਾ ਵੀ 4 ਚੀਜ਼ਾਂ ਗਲਤ ਸਹੀ ਭਰ ਕੇ ਜਿਹੜੀਆਂ ਉਹ ਫੰਡਿੰਗ ਲੈ ਸਕਦਾ ਆ। ਕੀ ਉਸ ਵੇਲੇ ਤੁਹਾਨੂੰ ਲੱਗਦਾ ਵੀ ਸਖਤੀ ਕਰਨੀ ਚਾਹੀਦੀ ਸੀ ਜਾਂ ਜ਼ਿਆਦਾ ਢਿੱਲ ਵਰਤੀ ਗਈ? ਕੀ ਉਦੋਂ ਇਸ ਗੱਲ ਦਾ ਪਤਾ ਸੀ ਕਿ ਲੋਕ ਗਲਤ ਤਰੀਕੇ ਨਾਲ ਪੈਸੇ ਲੈ ਸਕਦੇ ਆ? ਹਾਂਜੀ, ਦੇਖੋ, ਸਾਨੂੰ ਪਤਾ ਸੀ ਕਿ ਜਿਹੜਾ ਪ੍ਰੋਸੀਜਰ ਹੈ ਕਾਫੀ ਈਜ਼ੀ ਹੈ ਔਰ ਕਾਫੀ ਟਰਸਟ ਦੇ ਉੱਤੇ ਪ੍ਰੋਸੀਜਰ ਹੈਗਾ। ਇਹਦੇ ਵਿੱਚ ਕੋਈ ਇੱਦਾਂ ਨਹੀਂ ਸੀ ਕਿ ਤੁਸੀਂ ਟੈਕਸ ਰਿਟਰਨ ਪੁਰਾਣਾ ਦਿਓ, ਆਹ ਦਿਓ, ਡਾਕੂਮੈਂਟੇਸ਼ਨ ਦਿਓ। ਸਾਨੂੰ ਪਤਾ ਸੀ ਜੇ ਅਸੀਂ ਉਹ ਕਰਦੇ ਉਹਦੇ ਨਾਲ ਕਈ ਮੁਸ਼ਕਲਾਂ ਆ ਸਕਦੀਆਂ ਸੀ। ਇੱਕ ਤਾਂ ਉਹਦੀ ਸਪੀਡ ਬਹੁਤ ਸਲੋ ਹੋਣੀ ਸੀਗੀ ਇੰਪਲੀਮੈਂਟ ਕਰਨ ਵਾਸਤੇ। ਦੂਸਰੇ ਪਾਸੋਂ ਕਈਆਂ ਨੂੰ ਤੁਹਾਨੂੰ ਇੰਟਰੈਕਸ਼ਨ ਵਧਣੀਆਂ ਸੀਗੀਆਂ, ਤੁਹਾਨੂੰ ਆਪਣੇ ਅਕਾਊਂਟੈਂਟ ਕੋਲ ਜਾਣਾ ਪੈਣਾ ਸੀ, ਆਪਣੇ ਡਾਕੂਮੈਂਟ ਲਿਆਉਣ ਵਾਸਤੇ ਤੁਹਾਡੇ ਕੋਲ HR ਡਿਪਾਰਟਮੈਂਟ ਤੁਹਾਡੇ ਇੰਪਲੋਇਰ ਕੋਲ ਜਾਣਾ ਪੈਣਾ ਸੀ। ਸੋ ਜੇ ਅਸੀਂ ਜਿਹੜਾ ਨਾਰਮਲ ਤੁਸੀਂ ਜਿਵੇਂ ਅਨਐਮਪਲੋਇਮੈਂਟ ਇੰਸ਼ੋਰੈਂਸ ਲੈਂਦੇ ਆ, ਉਹ ਜਿਹੜਾ ਰੂਟੀਨ ਆ ਉਹਦੇ ਵਿੱਚ ਤੁਹਾਡੇ ਕੋਲ ਫਿਜ਼ੀਕਲ ਕੰਟੈਕਟ ਵੱਧ ਹੋ ਜਾਂਦਾ, ਕਿਉਂਕਿ ਤੁਹਾਨੂੰ ਡਾਕੂਮੈਂਟੇਸ਼ਨ ਚਾਹੀਦੀ ਆ, ਤੁਹਾਨੂੰ ਇੰਪਲੀਮੈਂਟ ਕਰਨੀ। ਉਹਦੇ ਕਾਰਨ ਸਪਰੈਡ ਵੀ ਹੋ ਸਕਦਾ, ਉਹਦੇ ਨਾਲ ਡਿਲੇ ਵੀ ਹੁੰਦਾ ਸੀ। ਸੋ ਸਾਨੂੰ ਇਹ ਸੀਗਾ ਕਿ ਅਸੀਂ ਕੈਨੇਡੀਅਨਸ ਨੂੰ ਔਨੈਸਟ, ਔਰ 99% ਮੈਂ ਕਹੂੰਗਾ ਕੈਨੇਡੀਅਨਸ ਜਿਹੜੇ ਹੈਗੇ ਆ ਔਨੈਸਟ ਹੈਗੇ ਆ, ਔਰ ਉਹਨੇ ਸਹੀ ਇਸਤੇਮਾਲ ਹੀ ਇਹਦਾ ਕਰਨਾ ਤਾਂ ਕੀਤਾ। ਪਰ ਉਹਦੇ ਨਾਲ ਨਾਲ ਆਲਵੇਜ਼ ਅਸੀਂ ਦੱਸੀ ਗਏ ਸੀਗੇ ਕਿ ਇਹ ਜਿਹੜਾ ਇਹਨੂੰ ਅਬਿਊਜ਼ ਕਰੂਗਾ ਉਹਦੇ ਉੱਤੇ ਬਾਅਦ ਦੇ ਵਿੱਚ ਜ਼ਰੂਰ ਕਾਰਵਾਈ ਕੀਤੀ ਜਾਊਗੀ। ਸੋ ਇਸ ਕਰਕੇ ਸਾਡਾ
ਪ੍ਰਿੰਸੀਪਲ ਅਪਰੋਚ ਸ਼ੁਰੂ ਤੋਂ ਇਹੀ ਸੀ ਕਿ ਇਹਨੂੰ ਈਜ਼ੀ ਤਰੀਕੇ ਦੇ ਨਾਲ ਇਸਤੇਮਾਲ ਕੀਤਾ ਜਾਵੇ, ਈਜ਼ੀਐਸਟ ਤਰੀਕੇ ਦੇ ਨਾਲ ਇਹਨੂੰ ਐਪਲੀਕੇਸ਼ਨ ਪ੍ਰੋਸੈਸ ਹੋਵੇ, ਤਾਂ ਕਿ ਲੋਕਾਂ ਨੂੰ ਇਹਦੇ ਵਿੱਚ ਲੈਣ ਦੇ ਵਿੱਚ ਦਿੱਕਤ ਨਾ ਆਵੇ। ਉਹ ਇਹ ਨਾ ਕਹਿਣ ਕਿ ਮੈਨੂੰ ਇਹ ਪੇਪਰ ਬਹੁਤ ਸੀਗਾ, ਮੇਰੇ ਕੋਲ ਕਰ ਨਹੀਂ ਹੋਇਆ, ਜਾਂ ਮੇਰੇ ਕੋਲ ਇਨ ਟਾਈਮ ਨਹੀਂ ਹੋਇਆ ਤਾਂ ਮੇਰਾ ਮੂਹਰੇ ਕਿਰਾਇਆ ਮਿਸ ਹੋ ਗਿਆ, ਜਾਂ ਮੇਰੇ ਕੋਲ ਗਰੋਸਰੀ ਨਹੀਂ ਲੈ ਹੋਈ, ਜਾਂ ਮੇਰੀ ਕਾਰ ਪੇਮੈਂਟ ਪਿੱਛੇ ਹੋ ਗਈ, ਜਾਂ ਮੇਰੇ ਘਰ ਦੀ ਪੇਮੈਂਟ ਪਿੱਛੇ ਹੋ ਗਈ। ਇਸ ਕਰਕੇ ਇਹਨੂੰ ਬੜਾ ਸਖਾਲਾ ਤਾਂ ਈਜ਼ੀਐਸਟ ਕੀਤਾ ਗਿਆ ਸੀ। ਬਹੁਤ ਸਾਰੇ ਲੋਕਾਂ ਨੇ ਵਾਪਸ ਜਿਹੜੇ ਆ ਪੈਸੇ ਦੇ ਵੀ ਦਿੱਤੇ ਜਿਨ੍ਹਾਂ ਕੋਲ ਗਲਤੀ ਦੇ ਨਾਲ ਆਏ ਸੀ। ਤਾਂ ਉਹਨਾਂ ਦਾ ਕਿੰਨੇ ਕੁ ਲੋਕ ਹੋਣਗੇ, ਜਾਂ ਜਿਹੜਾ ਇਹ ਸਜ਼ਾ ਵਾਲੀ ਗੱਲ ਬਾਰ-ਬਾਰ ਸਾਹਮਣੇ ਆ ਰਹੀ ਹੈ ਵੀ ਲੋਕਾਂ ਨੂੰ ਇਸ ਪੈਂਡੈਮਿਕ ਦੇ ਵਿੱਚ ਡਰਾਇਆ ਜਾ ਰਿਹਾ, ਲੋਕ ਡਰੇ ਬੈਠੇ ਆ, ਉਹ ਕਿੰਨੀ ਕੁ ਗਿਣਤੀ ਹੋਊਗੀ ਜਿਹੜੀ ਰਹਿ ਜਾਊਗੀ, ਜਾਂ ਕੀ ਸਰਕਾਰ ਕੋਲ ਕੋਈ ਟੂਲ ਹੈਗੇ ਆ ਵੀ ਉਹਨਾਂ ਨੂੰ ਵੀ ਟਰੇਸ ਕਰ ਸਕਣਗੇ? ਹਾਂਜੀ, ਦੇਖੋ ਉਹਨਾਂ ਕੋਲ ਕਾਫੀ ਟੂਲ ਹੈਗੇ ਆ। ਫੋਰ ਐਗਜ਼ਾਮਪਲ ਤੁਸੀਂ, ਮੈਂ ਇੱਕ ਬਹੁਤ ਸਿੰਪਲੀ ਤਰੀਕੇ ਨਾਲ ਦੱਸ ਸਕਦਾ, ਜੇ ਤੁਸੀਂ 5000 ਨਹੀਂ ਬਣਾਇਆ ਪਹਿਲਾਂ, ਉਹ ਉਹਨਾਂ ਦੇ ਰੈਕਡ 'ਚ ਈਜ਼ੀ ਆ ਜਾਣਾ। ਜੇ ਪੇਰੋਲ ਨਹੀਂ ਤੁਹਾਡੀ ਕੋਈ ਸਬਮਿਟ ਹੋਈ ਜਿਹੜੇ 3 ਮਹੀਨੇ ਪਹਿਲਾਂ, ਜਾਂ ਤੁਹਾਡੇ ਪਿਛਲੇ ਸਾਲ 2019 ਦੀ T4 ਦੇ ਵਿੱਚ ਨਹੀਂ ਹੈਗੀ, ਸੋ ਤੁਸੀਂ ਆਟੋਮੈਟਿਕਲੀ ਉਹਦੇ ਉੱਤੇ ਤੁਸੀਂ ਸਲਿੱਪ ਕਰਦੇ ਆ ਔਰ ਉਹਨੂੰ ਪ੍ਰੋਬਬਲੀ ਆਡਿਟ ਕਰ ਲੈਣਾ। ਇਸ ਤਰ੍ਹਾਂ ਦੇ ਉਹਨਾਂ ਦੇ ਕਈ ਟੂਲ ਹੈਗੇ ਜਿਹਦੇ ਨਾਲ ਉਹ ਦੇਖ ਸਕਦੇ ਜੇ ਤੁਹਾਡੀ ਇਨਕਮ ਜ਼ਿਆਦਾ ਆ ਗਈ ਉਸ ਟਾਈਮ ਦੇ ਵਿੱਚ, ਉੱਧਰੋਂ ਤੁਸੀਂ ਸਰ ਬੈਨੀਫਿਟ ਲੈ ਰਹੇ, ਉੱਧਰ ਤੁਹਾਨੂੰ ਪੇਰੋਲ ਆ ਰਹੀ ਹੈ, ਤੁਹਾਡੀ ਡਿਡਕਸ਼ਨਸ ਗਵਰਨਮੈਂਟ ਨੂੰ ਆ ਰਹੀਆਂ, ਉਹਨਾਂ ਨੂੰ ਪਤਾ ਲੱਗ ਜਾਣਾ। ਸੋ ਇਸ ਤਰ੍ਹਾਂ ਦੇ ਉਹਨਾਂ ਬਹੁਤ ਟੂਲ ਹੈਗੇ ਆ। ਉਹ ਆਡਿਟ ਬਾਅਦ 'ਚ ਉਹ ਨਹੀਂ ਕਰਨਾ, ਹੁਣ ਵੀ ਉਹ ਇਹ ਨਹੀਂ ਕਿ ਰਾਈਟ ਉਹ ਨਹੀਂ ਜਾ ਕੇ ਆਡਿਟ ਕਰਨਾ। ਹਜੇ ਆਮ ਜਿਹੜੇ CRA ਆਫਿਸਰ ਆਪਣੇ ਘਰਾਂ ਤੋਂ ਹੀ ਕੰਮ ਕਰ ਰਹੇ ਜਾਂ ਰਿਮੋਟ ਲੋਕੇਸ਼ਨਾਂ ਤੋਂ ਜਦੋਂ ਵਾਪਸ ਆਏ ਉਹ ਨਹੀਂ ਫਿਰ ਕਰਨਗੇ। ਪਰ ਸਾਡਾ ਇਹ ਨਹੀਂ ਗੱਲ ਹੈਗਾ ਇਹਨੂੰ ਡਰਾਉਣ ਵਾਸਤੇ ਵੀ ਅਸੀਂ ਇੱਕਦਮ ਜਾ ਕੇ ਫੜਨਾ ਹੁਣ ਸ਼ੁਰੂ ਕਰ ਦੇਣਾ। ਸਾਡਾ ਇਹ ਹੈਗਾ ਕਿ ਡਿਟਰੈਂਟ ਜ਼ਰੂਰ ਹੋਵੇ, ਕਿ ਲੋਕਾਂ ਨੂੰ ਪਤਾ ਕਿ ਜੇ ਅਸੀਂ ਗਲਤੀ ਨਾਲ ਪੈਸੇ ਲੈ ਲਏ ਆ, ਜਾਂ ਫੋਰ ਐਗਜ਼ਾਮਪਲ 1 ਮਹੀਨੇ ਦੇ ਆਉਣੇ ਚਾਹੀਦੇ ਸੀ, 2, 3, 4 ਮਹੀਨੇ ਦੇ ਆਈ ਜਾਂਦੇ, ਤਾਂ ਜਾਣਬੁੱਝ ਕੇ ਬੰਦ ਨਹੀਂ ਉਹ ਕਰਾਉਂਦੇ ਜਾਂ ਮੋੜਦੇ ਨਹੀਂ ਹੈਗੇ। ਉਹਨਾਂ ਵਾਸਤੇ ਇਹ ਇੱਕ ਡਰਾਵਾ ਜ਼ਰੂਰ ਹੈਗਾ ਤੇ ਇੱਕ ਮੌਕਾ ਹੈਗਾ ਕਿ ਉਹ ਆਪਣੇ ਪੈਸੇ ਰਿਟਰਨ ਕਰ ਸਕਦੇ ਆ ਔਰ ਫਰਾਡ ਤੋਂ ਬਚਾਉਣ ਵਾਸਤੇ ਕਰ ਸਕਦੇ, ਕਿਉਂਕਿ ਐਂਡ ਆਫ ਦਾ ਡੇ ਅਸੀਂ ਸਰਕਾਰ ਜਿਹੜੀ ਹੈਗੀ ਆ ਉਹ ਲੋਕਾਂ ਦੇ ਖਜ਼ਾਨੇ ਦੇ ਜ਼ਿੰਮੇਵਾਰ ਹੈਗੇ। ਇਹ ਪੈਸਾ ਲੋਕਾਂ ਦਾ ਆ, ਇਹ ਸਾਡਾ ਪੈਸਾ ਨਹੀਂ, ਕਿਸੇ ਇੱਕ ਇੰਡੀਵਿਜੂਅਲ ਦਾ ਨਹੀਂ। ਸੋ ਇਹਨੂੰ ਕਿਵੇਂ ਵੰਡਣਾ ਤੇ ਕਿਵੇਂ ਇਹਨੂੰ ਟਰੀਟ ਕਰਨਾ, ਉਹ ਜ਼ਿੰਮੇਵਾਰੀ ਬਹੁਤ ਉੱਚੀ ਔਰ ਸੁੱਚੀ ਹੈਗੀ ਆ। ਇਸ ਕਰਕੇ ਅਸੀਂ ਉਹਨੂੰ ਬੜਾ ਖਿਆਲ ਦੇ ਨਾਲ ਰੱਖਦੇ ਹਾਂ। ਸਰਾਜ ਸਾਹਿਬ, ਆਖਰ ਦੇ ਵਿੱਚ ਕੋਈ ਸਾਡੇ ਚੈਨਲ ਪੰਜਾਬੀ ਦੇ ਦਰਸ਼ਕਾਂ ਦੇ ਲਈ ਕੋਈ ਮੈਸੇਜ, ਵਿਊਅਰਸ ਦੇ ਲਈ ਕੋਈ ਗੱਲ ਤੁਸੀਂ ਕਹਿਣੀ ਚਾਹੋ ਜੀ? ਦੇਖੋ, ਮੈਂ ਇਹ ਕਹਿਣਾ ਚਾਹੁੰਦਾ, ਬਹੁਤ ਧੰਨਵਾਦ ਤੁਹਾਡੇ ਔਰ ਤੁਹਾਡੇ ਸਟੇਸ਼ਨ ਦਾ ਕਿ ਤੁਸੀਂ ਵਿਊਅਰਸ਼ਿਪ ਨੂੰ ਤੁਸੀਂ ਡੇਲੀ ਨਿਊਜ਼ ਦੇ ਰਹੇ ਆ, ਖਾਸ ਕਰਕੇ ਸਰਬ ਦੀ ਜੋ ਪ੍ਰੋਬਲਮਸ ਜਾਂ ਚੈਲੰਜਸ ਆ ਰਹੇ ਆ ਔਰ ਹੁਣ ਇਕੋਨਮੀ ਜਿਵੇਂ ਖੁੱਲ੍ਹ ਰਹੀ ਆ ਔਰ ਮੁੜ ਕੇ ਆ ਰਹੀ ਆ, ਇਹੀ ਅਸੀਂ ਹਰ ਇੱਕ ਨੂੰ ਅਰਜ਼ ਕਰਦੇ ਹਾਂ ਕਿ ਆਪਣਾ ਖਿਆਲ ਰੱਖ ਕੇ ਕਰਨਾ, ਆਪਣਾ ਸੋਸ਼ਲ ਡਿਸਟੈਂਸਿੰਗ ਜ਼ਰੂਰ ਰੱਖਣੀ, ਮਾਸਕ ਪਾਉਣੇ ਜਿੱਥੇ ਪਾ ਸਕਦੇ, ਹੈਂਡ ਸੈਨੀਟਾਈਜ਼ਰ, ਹੱਥ ਧੋਣੇ ਜ਼ਰੂਰ, ਰੈਗੂਲਰਲੀ ਗਲਵ ਪਾਉਣੇ, ਤਾਂ ਕਿ ਜੇ ਅਸੀਂ ਰਿਜ਼ਿਊਮ ਕਰੀਏ, ਸਾਡੇ ਬਿਜ਼ਨਸ ਖੁੱਲ੍ਹਣ, ਅਸੀਂ ਤਰੱਕੀ ਵੀ ਕਰੀਏ, ਖੁਸ਼ਹਾਲੀ ਵੀ ਆਵੇ, ਲੋਕਾਂ ਨੂੰ ਰੁਜ਼ਗਾਰ ਵੀ ਆਪਣਾ ਹੋਵੇ, ਪਰ ਨਾਲ ਦੇ ਨਾਲ ਇਹ ਕੋਵਿਡ-19 ਦਾ ਮੁੜ ਕੇ ਸਰਜ ਨਾ ਮੁੜ ਕੇ ਹੋਵੇ, ਉਹਦਾ ਸੈਕੰਡ ਵੇਵ ਨਾ ਹੋਵੇ। ਇਹ ਇਸੇ ਤਰ੍ਹਾਂ ਜਿਵੇਂ ਅਸੀਂ ਅੱਗੇ ਜ਼ਿੰਮੇਵਾਰੀ ਨਾਲ ਕੈਨੇਡੀਅਨਸ ਨੇ, ਬ੍ਰਿਟਿਸ਼ ਕੋਲੰਬੀਅਨਸ ਨੇ, ਸਾਰਿਆਂ ਨੇ ਵਧੀਆ ਪਹਿਰਾ ਰੱਖਿਆ, ਗਾਂ ਤੋਂ ਵੀ ਇਸੇ ਤਰ੍ਹਾਂ ਰੱਖੀਏ। ਬਹੁਤ ਬਹੁਤ ਸ਼ੁਕਰੀਆ ਸਰ ਸਾਹਿਬ, ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ। ਦੋਸਤੋ, ਇਹ ਸਨ ਸਰਦਾਰ ਰਣਜੀਤ ਸਿੰਘ ਸਰਾਏ, ਮੈਂਬਰ ਪਾਰਲੀਮੈਂਟ ਸਰੀ ਸੈਂਟਰ ਤੋਂ। ਦੋਵੇਂ ਪੱਖ ਨੇ ਦੋਸਤੋ। ਜਿਹੜਾ ਸਰਕਾਰ ਦਾ ਪੱਖ ਆ ਉਹ ਇਹ ਆ ਕਿ ਜਦੋਂ ਇਹਦੀ ਲੋੜ ਸੀ, ਇਹ ਚਾਹੁੰਦੇ ਸੀ ਕਿ ਉਸ ਵੇਲੇ ਪੈਸਾ ਲੋਕਾਂ ਤੱਕ ਪਹੁੰਚ ਜਾਵੇ, ਜੇ ਇਹਨੂੰ ਲੋੜ ਆ, ਕੋਈ ਰਹਿ ਨਾ ਜਾਵੇ, ਇੱਦਾਂ ਨਾ ਹੋਵੇ ਵੀ ਉਹਦਾ ਪ੍ਰੋਸੈਸ ਇੰਨਾ ਕੰਪਲੀਕੇਟਡ ਹੋ ਜਾਵੇ। ਇਸ ਗੱਲ ਦਾ ਵੀ ਪਤਾ ਸੀ ਕੁਝ ਲੋਕ ਇਹਦਾ ਨਜਾਇਜ਼ ਫਾਇਦਾ ਵੀ ਚੁੱਕਣਗੇ, ਪਰ ਜਿੱਦਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਕੋਲ ਟੂਲ ਹੈਗੇ ਆ ਜਿਹਦੇ ਨਾਲ ਟਰੇਸ ਕੀਤਾ ਜਾ ਸਕਦਾ ਵੀ ਜੇ 2-4% ਜਿਹੜਾ ਗਲਤ ਲੈ ਵੀ ਗਿਆ ਉਹ ਝੱਲਿਆ ਜਾ ਸਕਦਾ, ਪਰ ਜੇ 5-7% ਜਿਹੜਾ ਯੋਗ ਸੀ ਉਹ ਰਹਿ ਗਿਆ, ਉਹ ਸ਼ਾਇਦ ਜਿਹੜਾ ਨਹੀਂ ਚਾਹੁੰਦੇ ਸੀ। ਇਹ ਜਿਹੜਾ ਇਹਨਾਂ ਸਾਰੀਆਂ ਗੱਲਾਂ ਬਾਤਾਂ ਤੋਂ ਇਹ ਗੱਲ ਸਾਹਮਣੇ ਆ ਰਹੀ ਹੈ, ਪਰ ਇਹ ਵੀ ਗੱਲ ਹੈਗੀ ਹੈ ਕਿ ਚਾਰਾਂ ਪਾਰਟੀਆਂ ਨੇ, ਸਾਰੀਆਂ ਪਾਰਟੀਆਂ ਨੇ ਜਿਹੜਾ ਇਸ ਬਿੱਲ ਦਾ ਵਿਰੋਧ ਵੀ ਕੀਤਾ। ਇਹਦੇ ਪਿੱਛੇ ਵੀ ਕੀ ਉਹਨਾਂ ਦੇ ਆਪਣੇ ਲੌਜਿਕ ਆ, ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲਾਂ ਵੀ ਸਾਹਮਣੇ ਆਉਣਗੀਆਂ। ਪ੍ਰੋਗਰਾਮ ਦੇ ਦੂਜੇ ਹਿੱਸੇ ਵਿੱਚ ਦੋਸਤੋ ਅਸੀਂ ਗੱਲਬਾਤ ਕਰਨੀ ਹੈ ਡਾਕਟਰ ਪ੍ਰਗਟ ਸਿੰਘ ਪੁਰਜੀ ਹੋਣਾ ਦੇ ਨਾਲ। ਅੱਜ ਕੋਵਿਡ-19 ਬਾਰੇ ਆਪਾਂ ਅਪਡੇਟ ਲਵਾਂਗੇ ਤੇ ਖਾਸ ਗੱਲ ਉਹਨਾਂ ਦੇ ਨਾਲ ਜਿਹੜੀ ਅੱਜ ਅਸੀਂ ਕਰਨੀ ਆ ਬਲੱਡ ਪ੍ਰੈਸ਼ਰ ਬਾਰੇ। ਬਲੱਡ ਪ੍ਰੈਸ਼ਰ ਵਧਣਾ ਕਿੱਦਾਂ ਰੋਕਿਆ ਜਾ ਸਕਦਾ? ਬਹੁਤ ਸਾਰੇ ਲੋਕ ਪੱਕੇ ਗੋਲੀ ਖਾਂਦੇ ਆ, ਕਈ ਲੋਕਾਂ ਨੂੰ ਲੱਗਦਾ ਵੀ ਕੁਝ ਖਾਸ ਚੀਜ਼ਾਂ ਦੇ ਨਾਲ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕੀਤਾ ਜਾ ਸਕਦਾ। ਭਾਰ ਸਰੀਰ ਦਾ ਇਹਦਾ ਇੱਕ ਕਾਰਨ ਆ, ਸਟ੍ਰੈਸ, ਚਿੰਤਾ ਕਹਿੰਦੇ ਇੱਕ ਕਾਰਨ ਆ। ਲਗਭਗ ਬਹੁਤਿਆਂ ਨੂੰ ਜਿਹੜੀ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਹੈਗੀ ਆ, ਜਿਹਦੇ ਨਾਲ ਅੱਗੇ ਕਹਿੰਦੇ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੁੰਦੀਆਂ, ਕੋਈ ਕਿਡਨੀ ਡੈਮੇਜ ਹੁੰਦੀ ਆ ਦੱਸਦੇ, ਜਾਂ ਕਿੰਨੀਆਂ ਜਿਹੜੀਆਂ ਬਿਮਾਰੀਆਂ ਇਸ ਹਾਈ ਬਲੱਡ ਪ੍ਰੈਸ਼ਰ ਦੇ ਨਾਲ ਜਿਹੜੀਆਂ
ਰਿਲੇਟਡ ਹੁੰਦੀਆਂ। ਇਹਦਾ ਨੁਕਸ ਅਸੀਂ ਡਾਕਟਰ ਸਾਹਿਬ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਇੱਕ ਕਰਕੇ ਗੱਲਾਂ ਬਾਤਾਂ ਕਰਾਂਗੇ। ਜਿਹੜੀਆਂ ਕਾਮਨ ਸਾਡੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਅਸੀਂ ਡਾਕਟਰ ਸਾਹਿਬ ਨੂੰ ਪੁੱਛਾਂਗੇ। ਸਾਡੇ ਕੋਲੇ ਆਪਣੇ ਕੋਲੇ ਕਦੇ ਵੀ ਟਾਈਮ ਨਹੀਂ ਹੁੰਦਾ ਇੰਨਾ ਜ਼ਿਆਦਾ, ਜਾਂ ਇੰਨੀ ਜਾਣਕਾਰੀ ਨਹੀਂ ਹੁੰਦੀ ਕਿ ਕਿਸੇ ਡਾਕਟਰ ਕੋਲੇ, ਆਪਣੇ ਫੈਮਿਲੀ ਡਾਕਟਰ ਕੋਲੇ ਜਾ ਕੇ ਲੰਬੀ ਗੱਲਬਾਤ ਕਰ ਸਕੀਏ। ਡਾਕਟਰ ਪ੍ਰਗਟ ਸਿੰਘ ਭੁਰ ਜੀ ਹੋਣਾ ਦੇ ਨਾਲ ਅਸੀਂ ਇੱਕ ਇੱਕ ਕਰਕੇ ਇਹਨਾਂ ਸਮੱਸਿਆਵਾਂ ਦੇ ਜਿਹੜੀਆਂ ਤੁਹਾਡੀਆਂ ਹੋਣਗੀਆਂ, ਸਾਡੇ ਕੋਲ ਫੇਸਬੁੱਕ 'ਤੇ ਅਸੀਂ ਇਸ ਵੇਲੇ ਲਾਈਵ ਹਾਂ, ਕਮੈਂਟ ਕਰਕੇ ਵੀ ਤੁਸੀਂ ਦੱਸ ਸਕਦੇ ਹੋ ਜਿਹੜੀ ਕੋਈ ਗੱਲਬਾਤ ਪੁੱਛਣੀ ਚਾਹੁੰਦੇ ਹੋ, ਉਹ ਅਸੀਂ ਡਾਕਟਰ ਪ੍ਰਗਟ ਸਿੰਘ ਭੁਰ ਜੀ ਹੋਣਾ ਕੋਲੋਂ ਪੁੱਛਾਂਗੇ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ, ਜੀ ਆਇਆਂ ਨੂੰ। ਬਹੁਤ ਬਹੁਤ ਧੰਨਵਾਦ ਜਸਕਰਨ ਜੀ ਤੇ ਸਾਰੇ ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ, ਸਲਾਮ ਵਾਲੇਕੁਮ, ਆਦਾਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਪਹਿਲਾ ਸਵਾਲ ਸਾਡਾ ਕਿ ਅੱਜ ਕੋਵਿਡ-19 ਬਾਰੇ ਕੀ ਅਪਡੇਟ ਆ, ਤੇ ਦੂਜਾ ਅਸੀਂ ਅੱਜ ਬਲੱਡ ਪ੍ਰੈਸ਼ਰ ਦੀ ਸਮੱਸਿਆ ਬਾਰੇ ਜਿਹੜੀ ਜਾਣਕਾਰੀ ਚਾਹੁੰਦੇ ਹਾਂ, ਜਿਹੜਾ ਬਹੁਤ ਜ਼ਿਆਦਾ ਹੈ, ਔਰ ਸਾਨੂੰ ਉਹਦੇ ਬਾਰੇ ਥੋੜੀ ਜਿਹੀ ਸਾਇੰਟੀਫਿਕ ਇਨਫੋਰਮੇਸ਼ਨ ਦਿਓ ਜੀ। ਕੋਵਿਡ-19 ਦੀ ਬ੍ਰਿਟਿਸ਼ ਕੋਲੰਬੀਆ ਤਾਂ ਮੇਰੇ ਖਿਆਲ ਨਾਲ ਪੂਰੇ ਨਾਰਥ ਅਮਰੀਕਾ ਤੋਂ ਸਭ ਤੋਂ ਉੱਤੇ ਜਾ ਰਿਹਾ। ਅੱਜ ਲਗਾਤਾਰ 5 ਦਿਨ ਹੋ ਗਏ ਆ, ਔਰ ਮਹਾਰਾਜ ਦੀ ਕਿਰਪਾ ਦੇ ਨਾਲ ਕੋਈ ਵੀ ਡੈਥ ਜਾਂ ਕੋਈ ਵੀ ਮੌਤ ਰਿਪੋਰਟ ਨਹੀਂ ਹੋਈ। ਕੁਝ 10 ਕੇਸਿਸ ਨਵੇਂ ਆਏ ਆ, ਲੇਕਿਨ ਅਗਰ ਆਪਾਂ ਦੇਖੀਏ ਸਾਡੇ ਆਲਮੋਸਟ 90% ਜਿਹੜੇ ਕੇਸਿਸ ਆ ਉਹ ਰਾਜੀ ਬਾਜੀ ਹੋ ਗਏ ਆ। ਜਿਹੜੇ ਐਕਟਿਵ ਕੇਸਿਸ 180 ਆ। ਹਸਪੀਟਲ 'ਚ ਆਪਾਂ ਕਹੀਏ ਤਾਂ ਸਿਰਫ 4 ICU 'ਚ ਆ, ਔਰ ਗਿਣਤੀ ਮਿੰਤੀ ਦੇ ਕੋਈ 16 ਜਿਹੜੇ ਹੈਗੇ ਉੱਦਾਂ ਹਸਪੀਟਲ 'ਚ ਹੈਗੇ। ਸੋ ਅੱਛੀ ਗੱਲ ਹੈ। ਕਿਉਂ ਅੱਛੀ ਗੱਲ ਹੈ? ਕਿਉਂਕਿ ਤੁਸੀਂ ਫਿਜ਼ੀਕਲ ਡਿਸਟੈਂਸ ਰੱਖਿਆ, ਮਾਸਕ ਪਾਏ, ਹੈਂਡ ਸੈਨੀਟਾਈਜ਼ ਕੀਤਾ, ਸਾਰੀਆਂ ਚੀਜ਼ਾਂ ਕੀਤੀਆਂ, ਲੇਕਿਨ ਅਜੇ ਹੋਰ ਗਾਂ ਛਲਾਂਗਾ ਮਾਰਨ ਦੀ ਲੋੜ ਨਹੀਂ ਹੈਗੀ। ਕਿਉਂਕਿ ਮੈਨੂੰ ਕਾਫੀ ਲੋਕੀ ਪੁੱਛਦੇ ਆ ਵੀ ਸਾਡੇ ਸਮਾਗਮ ਆ ਰਹੇ ਆ, ਕਈਆਂ ਦੀ ਵਿਆਹ ਸ਼ਾਦੀਆਂ ਦਾ, ਕਈਆਂ ਦੀ ਮੰਗਣੀਆਂ ਦਾ। ਦੇਖੋ, ਇਹ ਅਜੇ ਤੱਕ ਵੀ ਅਸੀਂ 50 ਤੋਂ ਉੱਤੇ ਜਿਹੜੇ ਹੈਗੇ ਬੰਦੇ ਨਹੀਂ ਸੱਦ ਸਕਦੇ, ਔਰ ਅਗਰ ਆਪਾਂ ਸੱਦਦੇ ਵੀ ਹੈਗੇ ਆ 50 ਤੋਂ ਥੱਲੇ ਰੱਖੀਏ। ਔਰ ਮੋਸਟਲੀ ਅਸੀਂ ਬਹੁਤ ਨਿਕਟਵਰਤੀ ਸਾਡੇ ਫੈਮਿਲੀ ਜਿਹਨੂੰ ਅਸੀਂ ਜਾਣਦੇ ਆ, ਔਰ ਉਹ ਵਿਅਕਤੀ, ਉਹਨੂੰ ਬੁਖਾਰ ਨਾ ਹੋਵੇ, ਖੰਘ ਨਾ ਹੋਵੇ, ਫਿਜ਼ੀਕਲ ਡਿਸਟੈਂਸ ਰੱਖੀਏ, ਸਭ्य ਰਹੀਏ। ਅਸੀਂ ਨਹੀਂ ਚਾਹੁੰਦੇ ਵੀ ਇਹ ਦੁਬਾਰਾ ਫੈਲੇ, ਕਿਉਂਕਿ ਅਮਰੀਕਾ 'ਚ ਟੈਕਸਾਸ 'ਚ ਕਾਫੀ ਫੈਲ ਰਿਹਾ। ਹੁਣ ਕੁਐਸਚਨ ਮਾਰਕ ਆ ਰਿਹਾ ਕਿ ਇਹ ਸੈਕਿੰਡ ਵੇਵ ਅਮਰੀਕਾ 'ਚ ਸ਼ੁਰੂ ਹੋਊਗੀ। ਆਲਰੇਡੀ ਈਰਾਨ ਨੇ ਕੁਝ ਦਿਨ ਪਹਿਲਾਂ ਕਹਿ ਦਿੱਤਾ ਵੀ ਉਹਨਾਂ ਦੀ ਸੈਕਿੰਡ ਵੇਵ ਆ ਚੁੱਕੀ ਆ। ਮੇਰਾ ਕਹਿਣ ਦਾ ਮਨਾਰਤ ਇਹ ਹੈਗਾ ਵੀ ਕੇਸਿਸ ਵੱਧ ਰਹੇ ਦੁਬਾਰਾ। ਸੋ ਇਸ ਲਈ ਇਹ ਵਾਇਰਸ ਕਿੱਥੇ ਗਿਆ ਨਹੀਂ, ਅਜੇ ਹੈਗਾ ਕਮਿਊਨਿਟੀ 'ਚ। ਠੀਕ ਹੈ, ਅਸੀਂ ਬਹੁਤ ਸੋਹਣਾ ਪਰਫਾਰਮ ਕਰ ਰਹੇ ਹਾਂ, ਲੇਕਿਨ ਅਸੀਂ ਅਜੇ ਸਭ्य ਰਹਿਣਾ। ਬਲੱਡ ਪ੍ਰੈਸ਼ਰ ਬਾਰੇ ਦੱਸੋਗੇ ਕਿ BP ਦੀ ਸਮੱਸਿਆ ਕੀ ਆ, ਔਰ ਕੀ ਕਾਜ਼ ਆ ਇਹਦਾ, ਸਿਹਤ ਜਾਂ ਜਿਹੜਾ ਮੈਂਟਲ ਸਟ੍ਰੈਸ ਆ ਜੀ? ਦੇਖੋ, ਸਾਡਾ ਜਿਹੜਾ ਹਾਰਟ ਹੈਗਾ, ਦਿਲ ਹੈਗਾ, ਉਹ ਜਦੋਂ ਪੰਪ ਕਰਦਾ, ਉਹ ਇੱਕ ਪ੍ਰੈਸ਼ਰ ਦੇ ਨਾਲ ਪੰਪ ਕਰਦਾ ਵੀ ਜਿਹੜਾ ਖੂਨ ਹੈਗਾ ਪੂਰੇ ਪਾਸੇ ਸਾਡੇ ਸਿਰ ਤੋਂ ਲੈ ਕੇ ਪੈਰਾਂ ਤੱਕ ਫਲੋ ਹੋਵੇ। ਸੋ ਪ੍ਰੈਸ਼ਰ ਤਾਂ ਚਾਹੀਦਾ, ਪ੍ਰੈਸ਼ਰ ਤੋਂ ਬਗੈਰ ਤਾਂ ਮੂਵ ਨਹੀਂ ਹੋਗਾ। ਦੇਖੋ, ਤੁਹਾਡੇ ਘਰ ਦਾ ਜਿਹੜਾ ਪਾਈਪ ਆ ਉਹ 'ਚ ਸਿਟੀ ਪ੍ਰੈਸ਼ਰ ਦੇ ਨਾਲ ਪਾਣੀ ਭੇਜਦੀ ਆ, ਤਾਂ ਤੁਸੀਂ ਜਦੋਂ ਖੋਲੋ ਤਾਂ ਬੜੇ ਪਿਆਰ ਦੇ ਨਾਲ ਪਾਣੀ ਵਗਦਾ। ਸੋ ਉੱਦਾਂ ਜਿਹੜਾ ਬਲੱਡ ਪ੍ਰੈਸ਼ਰ ਦਾ ਡੈਫੀਨੇਸ਼ਨ ਆ, ਮੈਂ ਪਹਿਲਾਂ ਇੰਗਲਿਸ਼ 'ਚ ਕਹੂੰਗਾ, ਫਿਰ ਉਹਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਾਂਗੇ। ਲੈਟਰਲ ਪ੍ਰੈਸ਼ਰ ਐਗਜ਼ਰਟਡ ਬਾਈ ਕਾਲਮ ਆਫ ਬਲੱਡ ਔਨ ਬਲੱਡ ਵੈਸਲ ਵਾਲ। ਇਹਦਾ ਮਤਲਬ ਇਹ ਹੋਇਆ ਵੀ ਆ ਖੂਨ ਦੀ ਨਾੜੀ ਆ, ਇਹਦੇ ਸਾਈਡ ਦੇ ਉੱਤੇ ਜਿਹੜਾ ਖੂਨ ਦਾ ਜਿਹੜਾ ਪ੍ਰੈਸ਼ਰ ਆ ਉਹ ਕਿੰਨਾ ਦਬਾਅ ਪਾਉਂਦਾ, ਉਹਨੂੰ ਆਪਾਂ ਕਹਿੰਦੇ ਆ ਬਲੱਡ ਪ੍ਰੈਸ਼ਰ ਜੀ। ਸੋ ਇਹਦੇ ਲਈ ਦੇਖੋ 2 ਗੱਲਾਂ, ਜਿਹੜਾ ਦਿਲ ਆ ਉਹਨੇ ਪ੍ਰੈਸ਼ਰ ਦੇ ਨਾਲ ਪੰਪ ਕੀਤਾ, ਔਰ ਖੂਨ ਦੀ ਜਿਹੜੀ ਨਾੜੀ ਆ ਉਹਦੀ ਸਥਿਤੀ ਕਿੱਦਾਂ। ਹੁਣ ਜਿਹੜਾ ਹਾਈ ਬਲੱਡ ਪ੍ਰੈਸ਼ਰ ਜਿਹਨੂੰ ਆਪਾਂ ਕਹਿੰਦੇ ਆ, ਜਾਂ ਕਹਿੰਦੇ ਆਪਾਂ BP ਹੋ ਗਿਆ, ਹਾਈਪਰਟੈਂਸ਼ਨ ਵੀ ਇਹਦਾ ਨਾਂ ਹੈਗਾ, ਉਹਦਾ ਅਰਥ ਇਹ ਆ ਵੀ ਲੋੜ ਨਾਲੋਂ ਜ਼ਿਆਦਾ ਪ੍ਰੈਸ਼ਰ ਵੱਧ ਗਿਆ। ਹੁਣ WHO ਜਾਂ ਜਿਹੜੇ ਮੈਡੀਕਲ ਮਾਹਿਰ ਆ ਉਹ ਨਾਰਮਲ ਬਲੱਡ ਪ੍ਰੈਸ਼ਰ ਜਿਹੜਾ ਐਡਲਟ ਵਾਸਤੇ ਹੁੰਦਾ ਉਹ ਦੱਸਦੇ ਆ 120/80। ਸੋ 2 ਪ੍ਰੈਸ਼ਰ, ਇੱਕ ਸਿਸਟੋਲਿਕ ਹੁੰਦਾ ਜਿਹੜਾ ਉੱਪਰਲਾ, ਇੱਕ ਡਾਇਸਟੋਲਿਕ। ਕਿਉਂਕਿ ਜਦੋਂ ਖੂਨ ਪੰਪ ਵੀ ਕਰਦਾ, ਥੋੜਾ ਜਿਹਾ ਥੱਲੇ ਵੀ ਹੁੰਦਾ, ਉਦੋਂ ਵੀ ਪ੍ਰੈਸ਼ਰ ਹੁੰਦਾ, ਲੇਕਿਨ ਜਦੋਂ ਪੰਪ ਉੱਤੇ ਨੂੰ ਜੈਟ ਜਾਂਦਾ ਉਦੋਂ ਪ੍ਰੈਸ਼ਰ ਜ਼ਿਆਦਾ ਚਾਹੀਦਾ, ਜਦੋਂ ਥੱਲੇ ਨੂੰ ਡਿੱਗ ਰਿਹਾ ਉਦੋਂ ਘੱਟ ਚਾਹੀਦਾ। ਜਿਹੜਾ ਉੱਪਰਲਾ ਉਹਨੂੰ ਸਿਸਟੋਲਿਕ ਕਹਿੰਦੇ ਆ, ਜਿਹੜਾ ਥੱਲੇ ਵਾਲਾ ਉਹਨੂੰ ਡਾਇਸਟੋਲਿਕ ਕਹਿੰਦੇ ਆ। ਸੋ 120/80 ਅਸੀਂ ਕਹਿੰਦੇ ਆ ਐਡਲਟ ਵਾਸਤੇ ਬਹੁਤ ਵਧੀਆ। ਇਹਦਾ ਮਤਲਬ ਇਹ ਨਹੀਂ ਆ ਵੀ 121/81 ਖਰਾਬ ਆ, ਇਹਦੇ ਉੱਤੇ ਵੀ ਆਉਂਦੇ ਆ। ਹੁਣ ਜਿਉਂ-ਜਿਉਂ ਸਾਡੀ ਉਮਰ ਵਧੂਗੀ, 40 ਸਾਲ ਤੋਂ ਬਾਅਦ ਹਰ 10 ਸਾਲ 'ਚ ਸਮਝੋ ਕੋਈ ਵਿਅਕਤੀ ਹੁਣ 50 'ਚ ਅੱਪੜ ਗਿਆ, ਉਹਦਾ ਉੱਪਰਲਾ ਜਿਹੜਾ ਸਿਸਟੋਲਿਕ ਆ ਉਹ 130 ਵੀ ਚੱਲੂਗਾ, ਜਿਹੜਾ 60 ਵਾਲਾ ਉਹਦਾ 140 ਵੀ ਉੱਪਰਲਾ ਚੱਲੂਗਾ, ਲੇਕਿਨ ਜਿਹੜਾ ਡਾਇਸਟੋਲਿਕ ਹੈ ਥੱਲੇ ਵਾਲਾ
ਉਹ 90 ਤੋਂ ਉੱਤੇ ਨਹੀਂ ਵਧਣਾ ਚਾਹੀਦਾ ਕੋਈ ਵੀ ਉਮਰ 'ਚ। ਅਗਰ ਉਸ ਤੋਂ ਉੱਤੇ ਵੱਧ ਰਿਹਾ ਤਾਂ ਫਿਰ ਉਹਨੂੰ ਅਸੀਂ ਹਾਈਪਰਟੈਂਸ਼ਨ ਕਹਿੰਦੇ ਆ, ਵੀ ਪੁਰਖਾ ਤੈਨੂੰ ਬਲੱਡ ਪ੍ਰੈਸ਼ਰ ਦਾ ਰੋਗ ਹੋ ਰਿਹਾ। ਡਾਕਟਰ ਹੁਣ ਸਾਹਿਬ ਕੈਨੇਡਾ ਦੇ ਵਿੱਚ ਜਾਂ ਅਮਰੀਕਾ 'ਚ, ਨਾਰਥ ਅਮਰੀਕਾ 'ਚ 20% ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਹੈਗਾ। ਕਹਿਣ ਦਾ ਮਨੋਰਥ ਹੈਗਾ ਵੀ ਅੱਜ ਅਗਰ ਕੈਨੇਡੀਅਨ ਆਬਾਦੀ 37 ਮਿਲੀਅਨ ਹੈਗੀ ਆ, ਤੇ ਕਰੀਬਨ ਉਹਦੇ ਵਿੱਚ 8 ਤੋਂ 9 ਮਿਲੀਅਨ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਹੈਗਾ। ਹੁਣ ਇਹਦੇ ਕਾਰਨ ਜਿਹੜੇ ਹੈਗੇ ਲੱਭਣੇ ਬਹੁਤ ਜ਼ਰੂਰੀ ਆ। ਔਰ ਐਡਲਟ ਦੇ ਵਿੱਚ ਟੈਸਟ ਅਸੀਂ ਸਾਰੇ ਕਰਦੇ ਹਾਂ, ਬਲੱਡ ਟੈਸਟ ਹੋ ਗਿਆ, ਕਾਰਡੀਓਗ੍ਰਾਮ ਹੋ ਗਿਆ, ਐਕਸ-ਰੇ ਛਾਤੀ ਦਾ ਹੋ ਗਿਆ, ਪਿਸ਼ਾਬ ਟੈਸਟ ਹੋ ਗਿਆ, ਲੇਕਿਨ 95% ਆਫ ਦ ਟਾਈਮ ਕਾਰਨ ਨਹੀਂ ਲੱਭਦਾ। ਉਹਨੂੰ ਕਹਿੰਦੇ ਐਸੈਂਸ਼ੀਅਲ ਹਾਈਪਰਟੈਂਸ਼ਨ, ਵੀ ਬਲੱਡ ਪ੍ਰੈਸ਼ਰ ਵਧਿਆ ਲੇਕਿਨ ਉਹਦਾ ਕਾਰਨ ਨਹੀਂ ਲੱਭ ਰਿਹਾ। ਜਿਹੜਾ 5% ਆ ਉਹਦੇ ਚ ਕਾਰਨ ਹੁੰਦਾ ਵੀ ਤੁਹਾਡਾ ਥਾਇਰੋਇਡ ਹਾਈਪਰ ਜਾ ਰਿਹਾ, ਤੁਹਾਡੇ ਹਾਰਮੋਨਸ ਆਊਟ ਆਫ ਕੰਟਰੋਲ ਆ, ਜਾਂ ਤੁਹਾਡੀ ਕਿਡਨੀਜ਼ 'ਚ ਪ੍ਰੋਬਲਮ ਆ, ਜਾਂ ਬਲੱਡ ਵੈਸਲਸ ਜਿਹੜੀਆਂ ਕਿਡਨੀ ਸਪਲਾਈ ਕਰ ਰਹੀਆਂ ਉਹ ਟਾਈਟ ਹੋ ਗਈਆਂ। ਸੋ ਕੁਛ ਨਾ ਕੁਛ ਕਾਰਨ ਲੱਭਦਾ, ਉਹ ਕਾਰਨ ਦੀ ਨਿਵਰਤੀ ਕਰੀਏ ਉਦੋਂ ਉਹ ਠੀਕ ਹੋ ਜਾਂਦਾ, ਲੇਕਿਨ 95% 'ਚ ਕਾਰਨ ਨਹੀਂ ਲੱਭਦਾ। ਹੁਣ ਇਹਦੇ ਜਿਹੜੇ ਲੱਛਣ ਹੈਗੇ ਆ, ਕਈ ਵਾਰ ਤਾਂ ਬਿਲਕੁਲ ਕੋਈ ਸਿੰਪਟਮ ਨਹੀਂ ਹੁੰਦਾ। ਤੁਸੀਂ ਰੂਟੀਨ ਕੋਈ ਇੰਸ਼ੋਰੈਂਸ ਵਾਸਤੇ ਤੁਹਾਡੀ ਇੱਕ ਚੈੱਕਅਪ ਆ ਗਈ ਹੈ ਵੀ ਜਾ ਕੇ ਪੂਰੀ ਮੈਡੀਕਲ ਚੈੱਕਅਪ ਕਰਾਓ ਡਾਕਟਰ ਕੋ, ਜਾਂ ਤੁਸੀਂ ਮਿਲਟਰੀ 'ਚ ਭਰਤੀ ਹੋਣਾ ਜਾਂ ਹੋਰ ਕੋਈ ਚੀਜ਼ ਵਾਸਤੇ, ਪਤਾ ਲੱਗਦਾ ਹਾਈ ਬਲੱਡ ਪ੍ਰੈਸ਼ਰ ਹੈਗਾ, ਡਾਕਟਰ ਜਦੋਂ ਚੈੱਕ ਕਰਦਾ। ਸੋ ਬਹੁਤ ਲੋਕਾਂ ਨੂੰ ਇਹ ਅਚਰਜ ਹੁੰਦਾ ਵੀ ਉਹਨਾਂ ਨੂੰ ਕੋਈ ਸਿੰਪਟਮਸ ਨਹੀਂ ਸੀ। ਕਈ ਲੋਕਾਂ ਨੂੰ ਸਿੰਪਟਮਸ ਹੁੰਦੇ ਬਹੁਤ ਮਾਈਲਡ ਹੁੰਦੇ ਆ, ਵੀ ਮਾੜਾ ਜਿਹਾ ਸਿਰ ਦੁਖ ਲਿਆ, ਕਈ ਵਾਰ ਉਹਨਾਂ ਨੂੰ ਅੱਖਾਂ 'ਚ ਥੋੜਾ ਜਿਹਾ ਝੋਲਾ ਪੈਂਦਾ, ਕਈਆਂ ਨੂੰ ਛਾਤੀ 'ਚ ਥੋੜਾ ਹੈਵੀ ਫੀਲ ਹੁੰਦਾ, ਕਈਆਂ ਨੂੰ ਛਾਤੀ 'ਚ ਦਰਦ ਹੁੰਦੀ ਆ, ਸਾਹ ਚੜਦੇ ਆ, ਚੱਕਰ ਆਉਂਦੇ ਆ। ਗੁੱਸਾ ਜ਼ਿਆਦਾ ਹੋਣਾ ਵੀ ਹਾਈ ਬਲੱਡ ਪ੍ਰੈਸ਼ਰ ਦੀ ਨਿਸ਼ਾਨੀ ਹੈਗੀ। ਸੋ ਕਈਆਂ ਨੂੰ ਗੁੱਸਾ ਆਉਂਦਾ, ਲੋਕੀ ਕਹਿੰਦੇ ਨਹੀਂ ਇਹਦਾ ਤਾਂ ਸੁਭਾਅ ਉਦਾਂ ਹੀ ਰੁੱਖਾ ਹੈਗਾ, ਵੀ ਚਲ ਕੋਈ ਨਹੀਂ, ਖਾਨਦਾਨੀ ਤੌਰ ਤੇ ਇਹਦੇ ਬਜ਼ੁਰਗ ਨੂੰ ਵੀ ਗੁੱਸਾ ਆਉਂਦਾ ਸੀ। ਸੋ ਇਹ ਕੁਛ ਇੱਕ ਲੱਛਣ ਹੈਗੇ ਆ। ਹੁਣ ਇਹਦਾ ਟਰਬਲ ਕੀ ਹੈਗਾ ਅਗਰ ਇਹਦਾ ਇਲਾਜ ਨਾ ਕੀਤਾ ਜਾਏ? ਤੁਹਾਡਾ ਜਿਹੜਾ ਦਿਲ ਆ, ਉੱਪਰ ਬਲੱਡ ਵੈਸਲ ਦੇ ਵਿੱਚ ਪ੍ਰੈਸ਼ਰ ਜ਼ਿਆਦਾ ਹੋ ਗਿਆ, ਦਿਲ ਨੂੰ ਜ਼ਿਆਦਾ ਕੰਮ ਕਰਨਾ ਪੈਣਾ ਪ੍ਰੈਸ਼ਰ ਵਧਾ ਕੇ ਬਲੱਡ ਨੂੰ ਚੜਾਉਣ ਵਾਸਤੇ। ਹੌਲੀ 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 ਦਿਲ ਦੀ ਮਸਲਸ, ਤੁਹਾਡੀ ਵੈਂਟਰੀਕਲ ਦੀ ਮਸਲ ਕਮਜ਼ੋਰ ਹੋਏਗੀ, ਹਾਰਟ ਫੇਲਿਅਰ ਹੋਊਗਾ, ਹਾਰਟ ਅਟੈਕ ਹੋਊਗਾ। ਹੁਣ ਜਿਹੜਾ ਬਲੱਡ ਪ੍ਰੈਸ਼ਰ ਖੂਨ ਦੀ ਨਾੜੀਆਂ 'ਚ, ਬ੍ਰੇਨ 'ਚ ਜ਼ਿਆਦਾ ਜਾ ਰਿਹਾ। ਹੁਣ ਜਿਹੜੀ ਖੂਨ ਦੀ ਨਾੜੀਆਂ ਇਹ ਮੈਟਲ ਦੀਆਂ ਤੇ ਹੈ ਨਹੀਂ, ਇਹ ਬਿਲਕੁਲ ਜਿਵੇਂ ਰਬਰ ਟਾਈਪ ਕਹਿ ਲਓ। ਔਰ ਕੋਈ ਵੀ ਪਾਈਪ ਹੈ, ਅਗਰ ਉਹਦੇ ਵਿੱਚ ਪ੍ਰੈਸ਼ਰ ਵੱਧਦਾ ਰਹੇਗਾ ਕੀ ਹੋਏਗਾ? ਪਾਈਪ ਪੱਟੂਗਾ ਕਦੀ ਨਾ ਕਦੀ। ਬ੍ਰੇਨ ਦੇ ਵਿੱਚ ਪਾਈਪ ਬਲੱਡ ਪ੍ਰੈਸ਼ਰ ਕਰਕੇ ਜ਼ਿਆਦਾ ਲੰਬੇ ਅਰਸੇ ਤੱਕ ਵਧਣ ਕਰਕੇ ਪਾਟ ਕੇ ਕੀ ਹੋਇਆ? ਸਟ੍ਰੋਕ ਹੋਈ। ਅੱਖਾਂ ਦੇ ਪਿੱਛੇ ਪਾਟ ਗਏ, ਅੱਖਾਂ ਦੀ ਜੋਤ ਗਈ। ਕਿਡਨੀਜ਼ ਨੂੰ ਡੈਮੇਜ ਕਰਦਾ, ਸਾਡੇ ਲਗਭਗ ਸਾਰੇ ਅੰਗਾਂ ਨੂੰ ਇਹ ਅਸਰ ਕਰ ਸਕਦਾ। ਸੋ ਹੁਣ ਕਰੀਏ ਤੇ ਕਰੀਏ ਕੀ? ਪਹਿਲੀ ਗੱਲ ਇਹ ਹੈਗੀ ਆ ਵੀ ਇਹਦਾ ਚੈੱਕਅਪ ਸਹੀ ਹੋਣਾ ਚਾਹੀਦਾ। ਕਾਫੀ ਲੋਕੀ ਆ ਨਾ, ਜਦੋਂ ਮੌਲਾਂ 'ਚ ਲੱਗੇ ਆ ਜਿੱਥੇ ਤੁਸੀਂ ਆਪਣੀ ਬਾਂਹ ਫਸਾਓ, ਉੱਥੇ ਡਿਜੀਟਲ ਰੀਡਿੰਗ ਕਰਵਾ ਕੇ ਫਿਰ ਉਹ ਦੁਖੀ ਬਹੁਤ ਹੁੰਦੇ ਆ, ਦੌੜਦੇ ਭੱਜਦੇ ਡਾਕਟਰ ਕੋਲ, ਹਾਈ ਬਲੱਡ ਪ੍ਰੈਸ਼ਰ ਹੋ ਗਿਆ। ਬਲੱਡ ਪ੍ਰੈਸ਼ਰ ਨਹੀਂ, ਡਾਕਟਰ ਦੇ ਆਫਿਸ 'ਚ ਘੱਟ ਤੋਂ ਘੱਟ 3 ਰੀਡਿੰਗ ਹੋਣੀ ਚਾਹੀਦੀ ਆ। ਅਗਰ ਸਮਝੋ ਤੁਹਾਨੂੰ ਚਿੰਤਾ ਹੈਗੀ ਆ, ਪਹਿਲੀ ਵਾਰ ਤੁਸੀਂ ਗਏ, ਡਾਕਟਰ ਨੇ ਚਿੱਟਾ ਕੋਟ ਪਾਇਆ, ਉੱਦਾਂ ਹੀ ਤੁਹਾਨੂੰ ਡਰ ਲੱਗ ਰਿਹਾ, ਹਾਈ ਮੇਰੀ ਡਾਇਗਨੋਸਿਸ ਹੋਈ, ਤੁਹਾਡਾ ਬਲੱਡ ਪ੍ਰੈਸ਼ਰ ਉੱਦਾਂ ਹੀ 5 ਡਿਗਰੀ ਥੋੜਾ ਜਿਹਾ ਵਧੂਗਾ। ਸੋ ਉਹ ਹੁੰਦਾ ਰੋਂਗ। ਸੋ ਤੁਹਾਨੂੰ ਆਰਾਮ ਦੇ ਨਾਲ ਬੇਸਿਕ ਹੈਲਥ ਦੇ ਵਿੱਚ ਰਹਿ ਕੇ 3 ਰੀਡਿੰਗ ਹਾਈ ਹੋਣੀਆਂ ਚਾਹੀਦੀਆਂ। ਜ਼ਰੂਰੀ ਨਹੀਂ ਆ ਵੀ ਸਾਰਿਆਂ ਨੂੰ ਡਾਕਟਰ ਕਹੂਗਾ ਵੀ ਤੈਨੂੰ ਹੁਣ ਦਵਾਈ ਦੇਣੀ ਹੈ। ਇਹਦੇ ਵਿੱਚ ਲਾਈਫ ਸਟਾਈਲ, ਜਿਵੇਂ ਤਰਜੇ ਜ਼ਿੰਦਗੀ ਆ, ਉਹ ਬਹੁਤ ਇੰਪੋਰਟੈਂਟ ਹੈਗੀ ਆ। ਹੁਣ ਮੈਂ ਥੋੜੇ ਜਿਹੇ ਅੰਕੜੇ ਤੁਹਾਨੂੰ ਦੱਸੂਗਾ। ਜੀ। ਅਗਰ ਆਪਾਂ ਲੂਣ ਘੱਟ ਖਾਣਾ ਸ਼ੁਰੂ ਕਰ ਦਈਏ, ਬਹੁਤੀ ਪ੍ਰੋਬਲਮ ਪੰਜਾਬੀਆਂ ਨੂੰ ਹੈਗੀ ਹੈ ਲੂਣ ਦੀ ਜਾਂ ਸਾਲਟ ਦੀ। ਸਾਡੇ ਦਾਲ ਸਬਜ਼ੀ 'ਚ ਜ਼ਿਆਦਾ ਅਚਾਰ ਆ, ਚਟਨੀਆਂ ਆ, ਚਟਪਟਾ ਲੂਣ ਵਾਲੀ ਚੀਜ਼ ਆਪਾਂ ਬਹੁਤ ਖਾਂਦੇ ਆ। ਸੋ ਜਿਹੜਾ ਹੈਲਥ ਕੈਨੇਡਾ ਉਹ ਕਹਿੰਦਾ ਵੀ ਤੁਹਾਨੂੰ ਅੱਧਾ ਚਮਚ ਜਿਹੜਾ ਲੂਣ ਆ ਬਹੁਤ ਹੈਗਾ 24 ਘੰਟੇ 'ਚ ਤੁਹਾਡੀ ਪੂਰੀ ਬੋਡੀ ਦੀ ਕਿਰਿਆ ਵਾਸਤੇ। ਮੈਕਸਿਮਮ ਤੋਂ ਮੈਕਸਿਮਮ ਤੁਸੀਂ 1 ਚਮਚ ਲੈ ਸਕਦੇ ਹੋ, ਲੇਕਿਨ ਬਲੱਡ ਪ੍ਰੈਸ਼ਰ ਵਾਲਾ ਜਿਹੜਾ ਹੈਗਾ ਅੱਧਾ ਚਮਚ ਜਿਹੜਾ ਹੈਗਾ ਉਸ ਤੋਂ ਉੱਤੇ ਨਾ ਟੱਪੇ। ਦਾ ਰੀਜ਼ਨ ਇਹ ਆ ਵੀ ਲੂਣ 'ਚ ਹੁੰਦਾ ਸੋਡੀਅਮ ਕਲੋਰਾਈਡ ਜੀ, ਤੇ ਸੋਡੀਅਮ ਜਿਹੜਾ ਹੈਗਾ ਉਹ ਪਾਣੀ ਨੂੰ ਖਿੱਚਦਾ। ਸੋ ਪਾਣੀ ਨੂੰ ਖਿੱਚ ਕੇ ਖੂਨ ਦੀ ਨਸਾਂ ਦੇ ਵਿੱਚ ਹੋਰ ਜਿਹੜਾ ਹੈਗਾ ਪ੍ਰੈਸ਼ਰ ਵੱਧਦਾ, ਖੂਨ ਦੀ ਨਸਾਂ ਦੇ ਉੱਤੇ ਪ੍ਰੈਸ਼ਰ ਜ਼ਿਆਦਾ ਕ੍ਰੀਏਟ ਕਰਦਾ ਕਿਉਂਕਿ ਪਾਣੀ ਨੂੰ ਰਿਟੇਨ ਕਰਦਾ। ਸੋ ਅਗਰ ਆਪਾਂ ਲੂਣ ਘਟਾ ਦਈਏ ਤੇ 10 ਮਿਲੀਮੀਟਰ ਕਈ ਪੇਸ਼ੈਂਟਾਂ 'ਚ ਬਲੱਡ ਪ੍ਰੈਸ਼ਰ ਥੱਲੇ ਆਉਣਾ ਸ਼ੁਰੂ ਹੋ ਜਾਂਦਾ। ਦੇਖੋ ਆਪਾਂ ਕਿਹਾ ਸੀ 120/80
ਤੇ ਅਗਰ ਆਪਾਂ ਥੱਲੇ ਵਾਲਾ 90 ਤੇ ਗਏ, ਲੂਣ ਅਗਰ ਆਪਾਂ ਐਡਜਸਟ ਕੀਤਾ, ਥੋੜਾ ਵੀ ਥੱਲੇ ਆਇਆ, ਤੁਹਾਨੂੰ ਦਵਾਈ ਦੀ ਲੋੜ ਨਹੀਂ ਪੈ ਸਕਦੀ। ਦੂਜਾ ਜਿਹੜਾ ਹੈਗਾ ਐਕਸਰਸਾਈਜ਼, ਜੀ ਅਗਰ ਆਪਾਂ ਅੱਧਾ ਘੰਟਾ ਰੋਜ਼ ਐਕਸਰਸਾਈਜ਼ ਕਰਦੇ ਹਾਂ ਜਿਸ 'ਚ ਪਸੀਨਾ ਆਉਂਦਾ, ਭਾਵੇਂ ਤੁਰੋ, ਭਾਵੇਂ 4-5 ਮਿੰਟ ਤੁਰ ਲਿਆ, 2 ਮਿੰਟ 4 ਮਿੰਟ ਵਾਕ ਕਰ ਲਿਆ, ਬਾਈਸਾਈਕਲ ਕਰ ਲਈ, ਜਿਮ ਚਲੇ ਗਏ, ਜੋ ਵੀ ਹੈ ਐਰੋਬਿਕ ਐਕਸਰਸਾਈਜ਼, ਉਹਦੇ ਨਾਲ 4 ਤੋਂ 6 ਮਿਲੀਮੀਟਰ ਮਰਕਰੀ ਨਾਲ ਪ੍ਰੈਸ਼ਰ ਤੁਹਾਡਾ ਘਟਦਾ ਹੈ। ਇਹ ਸਾਰੀਆਂ ਗੱਲਾਂ 2-3 ਹਫ਼ਤੇ 'ਚ ਹੋਣੀਆਂ ਸ਼ੁਰੂ ਹੋ ਜਾਂਦੀਆਂ। ਤੀਜੀ ਗੱਲ, ਸਿਗਰਟ ਪੀਣਾ ਬਿਲਕੁਲ ਬੰਦ, ਕਿਉਂਕਿ ਖੂਨ ਦੀ ਨਸਾਂ ਨੂੰ ਟਾਈਟ ਕਰਦਾ। ਜਿਹੜਾ ਬਹੁਤ ਜ਼ਿਆਦਾ ਕੌਫੀ ਪੀਂਦਾ ਉਹ ਘਟਾ ਦੇਵੇ, ਜਾਂ ਦਿਨ 'ਚ ਇੱਕ ਵਾਰੀ ਕਰ ਲੇ, ਕਿਉਂਕਿ ਕੈਫੀਨ ਵੀ ਖੂਨ ਦੀ ਨਸਾਂ ਨੂੰ ਟਾਈਟ ਕਰਦੀ ਆ। ਸ਼ਰਾਬ ਜਿਹੜੀ ਹੈਗੀ ਆ ਉਹਦਾ ਸੇਵਨ ਨਾ ਕੀਤਾ ਜਾਏ। ਅਗਰ ਬਹੁਤ ਜ਼ਿਆਦਾ ਕੋਈ ਪੀਂਦਾ ਤਾਂ ਉਹਨੂੰ ਬਹੁਤ ਘਟਾ ਕੇ ਮਾਮੂਲੀ ਜੀ ਦਿਨ 'ਚ ਇੱਕ ਵਾਰੀ ਰੱਖੇ, ਕਿਉਂਕਿ ਅਗਰ ਉਹ ਬੰਦ ਵੀ ਕਰੇਗਾ ਤਾਂ ਉਹਨੂੰ ਸਾਈਡ ਇਫੈਕਟ ਹੋ ਸਕਦੇ ਆ। ਸੋ ਕਹਿਣ ਦਾ ਮਤਲਬ ਇਹ ਹੈਗਾ ਵੀ ਤਰਜ਼ ਜ਼ਿੰਦਗੀ ਜਿਹੜੀ ਹੈਗੀ ਇੰਪਰੂਵ ਕਰਨੀ, ਬੰਦਾ ਮਸ਼ਰੂਬ ਬਹੁਤ ਹੋ ਜਾਂਦਾ। ਮੈਂ ਬੱਚਿਆਂ 'ਚ ਹਾਰਡਲੀ ਬਲੱਡ ਪ੍ਰੈਸ਼ਰ ਦੇਖਦਾ। ਅਗਰ ਆਪਾਂ ਕਹੀਏ ਬੱਚਿਆਂ 'ਚ ਤੇ ਹਾਰਡਲੀ 0.3% ਬੱਚਿਆਂ ਨੂੰ ਬਲੱਡ ਪ੍ਰੈਸ਼ਰ ਹੁੰਦਾ। ਕੋਈ 300-400 ਬੱਚਿਆਂ ਦੇ ਸ਼ਾਇਦ ਇੱਕ ਨੂੰ ਹੋਊਗਾ, ਔਰ ਉਹ ਵੀ ਅਸੀਂ ਦਵਾਈ ਨਹੀਂ ਦਿੰਦੇ, ਕੋਈ ਨਾ ਕੋਈ ਕਾਰਨ ਹੁੰਦਾ। ਹਾਂ, ਐਡਲਟ 'ਚ ਇੱਕ ਕਾਰਨ ਹੋਰ ਸੀ ਵੀ ਉਹਨਾਂ ਦਾ weight ਜਿਹੜਾ ਹੈਗਾ ਉਹ ਲੋੜ ਨਾਲੋਂ ਅਗਰ ਜ਼ਿਆਦਾ ਹੋਏ, ਬੋਡੀ ਮਾਸ ਇੰਡੈਕਸ ਜਿਹੜਾ ਹੈਗਾ 25 ਤੋਂ ਉੱਤੇ ਹੋਏ। ਹੁਣ ਕਈ ਲੋਕੀ ਮੈਨੂੰ ਕਹਿੰਦੇ ਆ ਬੋਡੀ ਮਾਸ ਇੰਡੈਕਸ ਕੈਲਕੂਲੇਟ ਕਰਨਾ ਬੜਾ ਔਖਾ। ਚਲੋ ਤੁਹਾਨੂੰ ਇੱਕ ਸੌਖਾ ਫਾਰਮੂਲਾ ਦੱਸ ਦਿੰਦੇ ਹਾਂ, ਕਰ ਲਓ ਨੋਟ। ਜਿੰਨੀ ਤੁਹਾਡੀ ਲੰਬਾਈ ਹੈਗੀ ਆ, ਸਮਝੋ ਤੁਸੀਂ 6 ਫੁੱਟ ਲੰਬੇ ਆ, ਜੀ ਤੁਹਾਡੀ ਧੁੰਨੀ ਦੇ ਲਾਗੇ ਓਨੀ ਜਿਹੜੀ ਪੇਟੀ ਆ ਬੈਲਟ ਦੀ, ਧੁੰਨੀ ਦੇ ਲਾਗੇ, ਮੈਂ ਕਹਿ ਰਿਹਾ ਧੁੰਨੀ ਤੋਂ ਥੱਲੇ ਨਹੀਂ, ਆਮ ਅਸੀਂ ਧੁੰਨੀ ਤੋਂ ਥੱਲੇ ਪੈਂਟ ਪਾਉਂਦੇ ਆ, ਧੁੰਨੀ ਦੇ ਲਾਗੇ ਜਿੰਨੀ ਤੁਹਾਡੀ ਸਰਕਮਫਰੈਂਸ ਜਾਂ ਵੇਸਟ ਬਣਦੀ ਆ ਉਹ ਅੱਧੀ ਹੋਣੀ ਚਾਹੀਦੀ ਆ। ਅਗਰ ਕੋਈ 6 ਫੁੱਟ ਵਾਲਾ, ਉਹ 36 ਇੰਚ ਤੋਂ ਉੱਪਰ ਨਹੀਂ ਹੋਣੀ ਚਾਹੀਦੀ। ਇਹ ਤੁਹਾਡਾ ਰਫ ਐਸਟੀਮੇਟ ਘਰ ਹੈਗਾ। ਔਰ ਇਹ ਇਸ ਲਈ ਇੰਪੋਰਟੈਂਟ ਹੈਗਾ ਵੀ ਜਿੰਨਾ ਤੁਹਾਡਾ weight ਢਿੱਡ ਦੇ ਲਾਗੇ ਵਧੂਗਾ, ਉਨਾ ਹੀ ਬਲੱਡ ਪ੍ਰੈਸ਼ਰ ਨੂੰ ਟ੍ਰੀਟ ਕਰਨਾ ਔਖਾ ਹੋਊਗਾ। ਔਰ ਜਿੰਨਾ ਤੁਹਾਡਾ weight ਜ਼ਿਆਦਾ ਹੈ, ਤੁਸੀਂ ਘਟਾ ਲਿੱਤਾ, ਤੁਹਾਡਾ ਬਲੱਡ ਪ੍ਰੈਸ਼ਰ ਹੌਲੀ 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 ਐਡਜਸਟ ਹੋਣਾ ਸ਼ੁਰੂ ਹੋ ਜਾਂਦਾ। ਦੂਜਾ, ਫੇਰ ਗੱਲ ਉੱਥੇ ਆਉਣੀ ਆ ਵੀ ਮਨ ਨੂੰ ਕਿੱਦਾਂ ਸ਼ਾਂਤ ਰੱਖਣਾ, ਕਿਉਂਕਿ ਅਗਰ ਮਨ ਭਟਕ ਰਿਹਾ ਤੇ ਜਿਹੜੇ ਸਾਡੇ ਗੁਰਦੇ ਆ ਉਹਦੇ ਉੱਤੇ 2 ਗਲੈਂਡ ਬੈਠੇ ਆ, ਐਡਰੀਨਲ ਗਲੈਂਡ, ADRENAL, ਉਹ ਐਪੀਨੈਫ੍ਰਿਨ, ਨੋਰਐਪਿਨੇਫ੍ਰਿਨ ਬਣਾਈ ਜਾ ਰਿਹਾ। ਉਹਦੇ ਨਾਲ ਜਿਹੜਾ ਬਲੱਡ ਪ੍ਰੈਸ਼ਰ ਹੋਰ ਟਾਈਟ ਵਧੀ ਜਾ ਰਿਹਾ। ਸੋ ਉਹਨੂੰ ਕੁਆਇਟ ਕਰਨ ਵਾਸਤੇ ਇਹਨੂੰ ਕਹਿੰਦੇ HPA ਐਕਸਿਸ, ਹਾਈਪੋਥੈਲੇਮਸ, ਜਿਹੜਾ ਬ੍ਰੇਨ ਦਾ ਬਿਲਕੁਲ ਅੰਦਰਲਾ ਹਿੱਸਾ, ਉਹ ਪਿਟਿਊਟਰੀ ਜਿਹੜੀ ਗਲੈਂਡ ਐਂਡੋਕ੍ਰਾਈਨ, ਉਹਨੂੰ ਸਿਗਨਲ ਦਿੰਦਾ ਤੂੰ ਸ਼ਾਂਤ ਹੋ ਜਾ। ਜਿਹੜੀ ਪਿਟਿਊਟਰੀ ਆ ਫਿਰ ਐਡਰੀਨਲ ਨੂੰ ਸਿਗਨਲ ਘਟਾ ਦਿੰਦੀ ਹੈ ਵੀ ਤੂੰ ਘੱਟ ਪ੍ਰੋਡਿਊਸ ਕਰ ਇਪੀਨੈਫ੍ਰਿਨ ਤੇ ਨੋਰ ਇਪੀਨੈਫ੍ਰਿਨ। ਇਹ ਕਿੱਦਾਂ ਹੁੰਦਾ? ਸਿਮਰਨ ਸਾਧਨਾ ਦੇ ਨਾਲ, ਡੀਪ ਬਰੀਥਿੰਗ ਦੇ ਨਾਲ, ਯੋਗਾ ਦੇ ਨਾਲ, ਮੈਡੀਟੇਸ਼ਨ ਦੇ ਨਾਲ, ਟਾਈ ਚੀ ਦੇ ਨਾਲ, ਪੋਜ਼ਿਟਿਵ ਥਿੰਕਿੰਗ ਦੇ ਨਾਲ। ਅਗਰ ਤੁਸੀਂ ਜਾਪਾਨ 'ਚ ਹੋਗੇ ਨਾ, ਤੇ ਡਾਕਟਰ ਆਪਣੇ ਪ੍ਰਿਸਕ੍ਰਿਪਸ਼ਨ ਪੈਡ 'ਚ ਲਿਖ ਕੇ ਦਊਗਾ ਅੱਧਾ ਘੰਟੇ ਤੋਂ 1 ਘੰਟਾ ਰੋਜ਼ ਤੁਹਾਨੂੰ ਨੇਚਰ 'ਚ ਵਾਕ ਕਰਨਾ ਪੈਣਾ। ਸੋ ਜਿੱਦਾਂ ਹੁਣ ਬ੍ਰਿਟਿਸ਼ ਕੋਲੰਬੀਆ 'ਚ ਕਿੰਨੇ ਸਾਰੇ ਪਾਰਕ ਹੈਗੇ ਆ, ਸੋ ਨੇਚਰ 'ਚ ਖੁੱਲੀ ਹਵਾ, ਜਿਹੜੇ ਦਰਖਤ ਹੈਗੇ ਆ, ਬਰਡਸ ਜਿਹੜੇ ਹੈਗੇ ਆ ਬੋਲ ਰਹੇ, ਉਹ ਵੀ ਤੁਹਾਡੀ ਅੰਦਰਲੀ ਜਿਹੜੀ ਐਨਵਾਇਰਨਮੈਂਟ ਹੈ ਉਹਨੂੰ ਹੈਲਪ ਪਹੁੰਚਾਉਂਦੇ ਆ। ਅਗਰ ਇਹ ਸਾਰੇ ਚੀਜ਼ਾਂ ਦੇ ਨਾਲ ਵੀ ਕੰਟਰੋਲ ਨਹੀਂ ਹੋ ਰਿਹਾ, ਫਿਰ ਦਵਾਈ ਲੈਣੀ ਪੈਂਦੀ ਆ। ਹੁਣ ਇੱਥੇ ਮੈਂ ਇਹ ਇੱਕ ਕਹਿਣਾ ਚਾਹੁੰਦਾ ਗੱਲ ਵੀ ਬਲੱਡ ਪ੍ਰੈਸ਼ਰ ਨੂੰ ਬਹੁਤ ਅੱਛੀ ਤਰ੍ਹਾਂ ਕੰਟਰੋਲ ਕੀਤਾ ਜਾ ਸਕਦਾ, ਲੇਕਿਨ ਅਗਰ ਕੋਈ ਤੁਹਾਨੂੰ ਕਹਿੰਦਾ ਨਾ ਇਹਦਾ ਸ਼ਰਤੀਆ ਇਲਾਜ ਹੈ ਵੀ ਬਿਲਕੁਲ ਠੀਕ ਕਰ ਦੂੰਗਾ, ਉਹ ਤੁਹਾਡੇ ਨਾਲ ਧੋਖਾ ਕਰ ਰਿਹਾ, ਨਾ ਇਨਸਾਫੀ ਕਰ ਰਿਹਾ। ਇਹਦਾ 100% ਕਿਉਰ ਨਹੀਂ ਹੈਗਾ, ਕੰਟਰੋਲ ਹੈਗਾ। ਕਹਿਣ ਦਾ ਮਨਾਰਤ ਹੈਗਾ ਵੀ ਅਗਰ ਮੈਨੂੰ ਅਪੈਂਡਿਕਸ ਹੋ ਜਾਏ, ਜੀ ਸਰਜਨ ਮੇਰਾ ਅਪੈਂਡਿਕਸ ਕੱਢ ਦੇ, ਮੈਂ ਕਿਉਰ ਹੋ ਗਿਆ। ਅਗਰ ਮੇਰੇ ਨਿਮੋਨੀਆ, ਮੈਂ ਐਂਟੀਬਾਇਓਟਿਕ ਲਿੱਤੀ ਹਫਤੇ 10 ਦਿਨ, ਮੇਰੇ ਫੇਫੜੇ ਠੀਕ ਹੋ ਗਏ, ਮੈਂ ਕਿਉਰ ਹੋ ਗਿਆ। ਇੱਕ ਵਾਰੀ ਤੁਹਾਨੂੰ ਬਲੱਡ ਪ੍ਰੈਸ਼ਰ ਹੋ ਗਿਆ, ਤੁਹਾਨੂੰ ਕੰਟਰੋਲ ਕਰਨਾ ਪੈਣਾ, ਕਿਉਰ ਨਹੀਂ ਹੋਣਾ ਜੋ ਕੋਈ ਵੀ ਚੀਜ਼ ਦੇਣਾ। ਸੋ ਕੰਟਰੋਲ ਤੁਸੀਂ ਆਪਣੇ ਤਰਜ਼ੇ ਜ਼ਿੰਦਗੀ, ਡਾਇਟ, ਐਕਸਰਸਾਈਜ਼, ਵਜਨ ਠੀਕ ਰੱਖਣਾ, ਸ਼ਰਾਬ ਸਿਗਰਟ ਨਹੀਂ ਪੀਣੀ, ਔਰ ਦਵਾਈਆਂ ਦੇ ਨਾਲ ਬਹੁਤ ਅੱਛਾ ਕੰਟਰੋਲ ਰੱਖਿਆ ਜਾ ਸਕਦਾ। ਬਹੁਤ ਸਾਰੀਆਂ ਨਵੀਆਂ ਦਵਾਈਆਂ ਆਈਆਂ ਜੀ, ਲੇਕਿਨ ਜਿਹੜੀ ਸਭ ਤੋਂ ਵਧੀਆ ਦਵਾਈ ਹੈਗੀ ਆ ਉਹ ਹੈਗੀ ਫਲੂਇਡ ਪਿਲ, ਜਿਹਨੂੰ ਆਪਾਂ ਡਾਇਊਰੇਟਿਕ ਕਹਿੰਦੇ ਆ, ਜਾਂ ਥਾਇਆਜ਼ਾਈਡ, THIAZID। ਉਹ ਪੂਰੇ ਮਹੀਨੇ ਦੀ ਜਿਹੜੀ ਪ੍ਰਿਸਕ੍ਰਿਪਸ਼ਨ $5-10 ਦੀ ਬਣ ਜਾਂਦੀ। ਟਰਬਲ ਇਹ ਪੈ ਗਿਆ, ਜੋ ਨਵੀਂ ਰਿਸਰਚ ਆਈ, ਜਿਹੜੀ ਡਰੱਗ ਕੰਪਨੀਆਂ ਉਹਨਾਂ ਨੇ ਮਹਿੰਗੀਆਂ ਦਵਾਈਆਂ ਵੇਚਣੀਆਂ ਸ਼ੁਰੂ ਕੀਤੀਆਂ। ਇਸ ਲਈ ਬੈਕ ਟੂ ਬੇਸਿਕ ਰਿਸਰਚ ਇਹੀ ਸ਼ੋ ਕਰਦਾ ਵੀ ਫਲੂਇਡ ਪਿਲ ਸਭ ਤੋਂ ਵਧੀਆ। ਉਹ ਫਲੂਇਡ ਪਿਲ ਸੋਡੀਅਮ ਵੀ ਘਟਾ ਦਿੰਦੀ ਆ, ਥੋੜਾ ਪਾਣੀ ਵੀ ਸਰੀਰ ਤੋਂ ਘਟਾ ਦਿੰਦੀ ਆ। ਅਸੀਂ ਕੀ ਕਿਹਾ ਕਿ ਸੀ ਵੀ ਅਗਰ ਸੋਡੀਅਮ ਕੰਟਰੋਲ ਕਰੋ 10 ਮਿਲੀਮੀਟਰ ਮਰਕਰੀ, ਤੇ ਉਧਰ ਤੁਹਾਡਾ ਪ੍ਰੈਸ਼ਰ ਐਡਜਸਟ ਹੋ ਜਾਊਗਾ। ਦੂਜੀ ਗੱਲ ਹੈਗੀ ਆ ਵੀ ਹੁਣ ਮੈਂ ਥੋੜਾ ਜਿਹਾ ਕੋਸ਼ਿਸ਼ ਕਰਦਾ, ਸਾਡੇ 2 ਗੁਰਦੇ ਆ,
ਹੁਣ ਆ ਸਮਝੋ ਇੱਕ ਗੁਰਦਾ ਹੈਗਾ, ਕਿਡਨੀ ਬੀਨਸ ਵਾਂਗਰ ਹੁੰਦਾ, ਇਸ ਲਈ ਉਹਨੂੰ ਕਿਡਨੀ ਕਹਿੰਦੇ ਆ, ਰਾਜਮਾ ਵਾਂਗਰ। ਇੱਥੇ ਜਿਹੜੀ ਬਲੱਡ ਵੈਸਲ ਜਾ ਰਹੀ ਆ, ਰੀਨਲ ਆਰਟਰੀ, ਉਹਦੇ ਜੰਕਸ਼ਨ 'ਚ ਕਿਡਨੀ 'ਚ ਜਦੋਂ ਵੜਦੀ ਆ, ਉੱਥੇ ਇੱਕ ਐਪਰੇਟਸ ਹੈਗਾ, ਜਾਂ ਇੱਕ ਮਹਾਰਾਜ ਨੇ ਇੱਕ ਚੀਜ਼ ਫਿਟ ਕਰਦੀ ਆ, ਉਹਦਾ ਨਾਂ ਆ JGA, ਜਕਸਟਾ ਗਲੋਮੇਰੁਲਸ ਐਪਰੇਟਸ। ਮਤਲਬ ਕਹਿ ਲਓ ਵੀ ਇੱਕ ਚੀਜ਼ ਹੈਗੀ ਆ, ਉਹ ਜਿਹੜੀ ਖੂਨ ਦੀ ਨਾੜੀ ਆ ਨਾ, ਉਹਦਾ ਫਲੋ ਜਿਹੜਾ ਹੈਗਾ, ਉਹ ਸੈਂਸਰ ਕਹਿ ਲਓ ਵੀ ਉਹ ਚੈੱਕ ਕਰਦਾ। ਅਗਰ ਭੀੜਾ ਹੋ ਕੇ ਫਲੋ ਟਾਈਟ ਹੁੰਦਾ ਤੇ ਉਹ ਰੈਨਿਨ ਜਿਹੜਾ ਹੈਗਾ ਰਿਲੀਜ਼ ਕਰਦਾ ਹਾਰਮੋਨ, RENIN, ਉਹ ਫਿਰ ਲੰਗਸ 'ਚ ਜਾ ਕੇ, ਲਿਵਰ 'ਚ ਜਾ ਕੇ ਕਨਵਰਟ ਹੁੰਦਾ, ਉਹਨੂੰ ਕਹਿੰਦੇ ਐਂਜੀਓਟੈਂਸਿਨ ਕਨਵਰਟਿੰਗ ਐਂਜ਼ਾਈਮ। ਉਹਦੇ ਨਾਲ ਐਂਜੀਓਟੈਂਸਿਨ ਬਣਦਾ, ਐਂਜੀਓਟੈਂਸਿਨ ਦੇ ਨਾਲ ਜਿਹੜਾ ਹੈਗਾ ਬਲੱਡ ਪ੍ਰੈਸ਼ਰ ਵੱਧਦਾ। ਸੋ ਸਾਰੀਆਂ ਜਿਹੜੀਆਂ ਨਵੀਆਂ ਦਵਾਈਆਂ ਉਹ ਐਂਜੀਓਟੈਂਸਿਨ ਕਨਵਰਟਿੰਗ ਐਂਜ਼ਾਈਮ ਨੂੰ ਥੱਲੇ ਕਰਦੀਆਂ, ਜਿਹਨੂੰ ਕਹਿੰਦੇ ਏਸ ਇਨਹਿਬਿਟਰਸ। ਸੋ ਇਹ ਮਹਿੰਗੀਆਂ ਹੈਗੀਆਂ, ਲੇਕਿਨ ਜਿਹੜਾ ਵੀ ਤੁਹਾਡਾ ਡਾਕਟਰ ਕਹਿੰਦਾ ਉਹਨੂੰ ਫੋਲੋ ਕਰਨਾ। ਡਾਕਟਰ ਹੋ ਸਕਦਾ ਤੁਹਾਨੂੰ ਕਹੇ ਵੀ ਅੱਛਾ ਤੁਸੀਂ ਬਲੱਡ ਪ੍ਰੈਸ਼ਰ ਵਾਲਾ ਡਿਜੀਟਲ ਜਿਹੜਾ ਡਿਵਾਈਸ ਹੈ ਤੁਸੀਂ ਘਰ ਵੀ ਰੱਖ ਸਕਦੇ ਹੋ, ਤੁਸੀਂ ਰੈਗੂਲਰਲੀ ਇਹਦਾ ਚੈੱਕਅਪ ਕਰਾਉਣਾ। ਹਾਂ, ਦੂਜੀ ਗੱਲ ਸੀ ਵੀ ਜਿਹੜੇ ਫੈਟੀ ਫੂਡ ਹੈਗੇ ਆ, ਖਾਸ ਕਰਕੇ ਜਿੱਦਾਂ ਸੈਚੂਰੇਟਿਡ ਫੈਟ ਹੈਗਾ, ਤਲੀਆਂ ਚੀਜ਼ਾਂ ਹੈਗੀਆਂ, ਇਹਦਾ ਪਰਹੇਜ਼ ਕਰਨਾ, ਔਰ ਸਬਜ਼ੀਆਂ ਔਰ ਫਰੂਟ। ਮੈਂ ਇੱਥੇ ਕਹਿਣਾ ਚਾਹੁੰਦਾ ਵੀ ਜਿਹੜਾ ਵੀ ਫਾਰਮ 'ਚ ਚੀਜ਼ ਬਣਦੀ, ਜਿਹੜੀ ਕੁਦਰਤੀ ਚੀਜ਼ ਬਣਦੀ ਆ, ਉਹ ਸਰੀਰ ਵਾਸਤੇ ਵਧੀਆ। ਜਿਹੜੀ ਪੈਕਟਾਂ 'ਚ ਆਉਂਦੀ ਆ ਜਾਂ ਦੂਜੀ, ਮੈਂ ਕਿਸੇ ਤੋਂ ਹੁਣ ਬਿਜ਼ਨਸ ਖਰਾਬ ਨਹੀਂ ਕਰਨਾ, ਵੀ ਜਿਹੜਾ ਆਪਾਂ ਮਠਿਆਈ ਦੀ ਸ਼ਾਪ ਤੋਂ ਸਾਰਾ ਸ਼ੂਗਰ ਤੇ ਤਲਿਆ ਹੋਇਆ ਸਮਾਨ ਲੈ ਕੇ ਆਉਂਦੇ ਆ, ਉਹ ਸਿਹਤ ਵਾਸਤੇ ਠੀਕ ਨਹੀਂ, ਔਰ ਖਾਸ ਕਰਕੇ ਜਿਹਨੂੰ ਬਲੱਡ ਪ੍ਰੈਸ਼ਰ ਹੈਗਾ ਉਹਨੂੰ ਉਹਦਾ ਗੁਰੇਜ਼ ਕਰਨਾ ਚਾਹੀਦਾ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਵੈਰੀ ਮਚ। ਕੱਲ੍ਹ ਅਸੀਂ ਤੁਹਾਡੇ ਕੋਲ ਥੋੜ੍ਹਾ ਜਿਹਾ ਜਿਹੜੇ ਇਹਦੇ ਆਪਰੇਟਰਸ ਆ, ਘਰ BP ਕਿੱਦਾਂ ਚੈੱਕ ਕਰਦੇ ਆ, ਥੋੜ੍ਹੀ ਜਿਹੀ ਇਹਦੇ ਬਾਰੇ ਹੋਰ ਜਾਣਕਾਰੀ ਲਵਾਂਗੇ। ਅੱਜ ਸਾਡਾ ਸਮਾਂ ਥੋੜ੍ਹਾ ਜਿਹਾ ਇਜਾਜ਼ਤ ਨਹੀਂ ਦੇ ਰਿਹਾ, ਅਸੀਂ ਮਾਫੀ ਚਾਹੁੰਦੇ ਹਾਂ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਬਹੁਤ ਮਿਹਰਬਾਨੀ ਸਾਨੂੰ ਜੁਆਇਨ ਕਰਨ ਲਈ। ਬਹੁਤ ਬਹੁਤ ਧੰਨਵਾਦ ਜਸਕਰਨ ਜੀ। ਔਰ ਬਲੱਡ ਪ੍ਰੈਸ਼ਰ ਅਗਰ ਜ਼ਿਆਦਾ ਵਰੀ ਨਾ ਕਰੋ, ਅਗਰ ਵਰੀ ਕਰੋਗੇ ਤਾਂ ਬਲੱਡ ਪ੍ਰੈਸ਼ਰ ਵਧੂਗਾ, ਸੋ ਇਹਨੂੰ ਕੰਟਰੋਲ ਕਰ ਸਕਦੇ ਤਰਜ਼ ਜ਼ਿੰਦਗੀ ਦੇ ਨਾਲ। ਐਵਰੀਥਿੰਗ ਇਜ਼ ਪੋਸੀਬਲ। ਧੰਨਵਾਦ, ਸ਼ੁਕਰੀਆ ਡਾਕਟਰ ਸਾਹਿਬ। ਦੋਸਤੋ, ਇਸ ਹਨ ਡਾਕਟਰ ਪ੍ਰਗਟ ਸਿੰਘ ਪੁਰ ਜੀ। ਕੱਲ੍ਹ ਦੇ ਪ੍ਰੋਗਰਾਮ ਵਿੱਚ ਅਸੀਂ ਇਹਨਾਂ ਨਾਲ ਖਾਸ ਗੱਲਬਾਤ ਕਰਨੀ ਹੈ ਵੀ ਘਰ ਬਲੱਡ ਪ੍ਰੈਸ਼ਰ ਕਿੱਦਾਂ ਚੈੱਕ ਕਰ ਸਕਦੇ ਹਾਂ। ਜਿਹੜੀ ਉਹ ਅਸੀਂ ਸਟੋਰ ਤੋਂ ਮਸ਼ੀਨ ਲਿਆ ਕੇ ਚੈੱਕ ਕਰਦੇ ਹਾਂ, ਇੱਕ ਵਾਰੀ ਉਹਦੇ ਨਾਲ ਉੱਤੇ ਆ ਜਾਂਦਾ, ਉਸੇ ਵੇਲੇ ਹੀ ਚੈੱਕ ਕਰੋ, ਫਿਰ ਥੱਲੇ ਆ ਜਾਂਦਾ। ਕਿਹੜੀ ਮਸ਼ੀਨ ਠੀਕ ਹੁੰਦੀ ਹੈ, ਕਿਹੜੀਆਂ ਗੱਲਾਂ ਦਾ ਖਿਆਲ ਰੱਖਿਆ ਜਾ ਸਕਦਾ, ਇਹਦੇ ਸੰਬੰਧੀ ਅਸੀਂ ਗੱਲਬਾਤ ਕਰਾਂਗੇ। ਡਾਕਟਰ ਸਰਦਾਰ ਕੁਲਵੀਰ ਸਿੰਘ ਸੰਘਾ ਸਾਡੇ ਨਾਲ ਕੱਲ੍ਹ ਐਡਮਿੰਟਨ ਸਟੂਡੀਓ ਤੋਂ ਅਲਬਰਟਾ ਦੀਆਂ ਖਬਰਾਂ ਲੈ ਕੇ ਹਾਜ਼ਰ ਹੋਣਗੇ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਅਲਵਿਦਾ ਦੋਸਤੋ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।